ਹੈਲੋ एवरीवन। ਅੱਜ ਦਾ ਜੋ ਆਪਣਾ ਟੌਪਿਕ ਹੈ ਜੋ ਆਪਾਂ ਸਟਾਰਟ ਕੀਤਾ ਹੋਇਆ ਸੀਗਾ HTML ਬਾਰੇ, ਇੰਟਰੋਡਕਸ਼ਨ ਆਫ HTML। ਸੋ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕ੍ਰੀਏਟਿੰਗ HTML ਪੇਜ, ਜਾਂ ਆਪਾਂ ਇੱਕ HTML ਦਾ ਪੇਜ ਕਿਵੇਂ ਕ੍ਰੀਏਟ ਕਰ ਸਕਦੇ ਹਾਂ। ਟੂ ਕ੍ਰੀਏਟ ਏ HTML ਪੇਜ ਯੂ ਕੈਨ ਟਾਈਪ ਦਾ ਟੈਕਸਟ ਇਨ ਐਨੀ ਵਰਡ ਪ੍ਰੋਸੈਸਰ ਲਾਈਕ ਵਰਡਪੈਡ, ਨੋਟਪੈਡ ਐਂਡ MS ਵਰਡ। ਯਾਨੀ ਕਿ ਤੁਸੀਂ ਕੋਈ ਵੀ HTML ਪੇਜ ਜੇ ਆਪਾਂ ਨੇ ਕੀ ਕਰਨਾ ਹੋਵੇ, ਕ੍ਰੀਏਟ ਕਰਨਾ ਹੋਵੇ, ਤਾਂ ਆਪਣੀ ਜੋ ਕੋਡਿੰਗ ਹੈ ਉਹ ਕਿਹਦੇ ਵਿੱਚ ਹੁੰਦੀ ਹੈ, ਵਰਡਪੈਡ, MS ਵਰਡ ਜਾਂ ਨੋਟਪੈਡ ਦੇ ਅੰਦਰ। ਦ ਐਕਸਟੈਂਸ਼ਨ ਗਿਵ ਟੂ ਦਾ ਪੇਜ ਇਜ਼ ਆਲਵੇਜ਼ .html। ਯਾਨੀ ਕਿ ਜਦੋਂ ਵੀ ਕਿਸੇ ਪੇਜ ਨੂੰ ਸੇਵ ਕੀਤਾ ਜਾਊਗਾ, ਸਟੋਰ ਕੀਤਾ ਜਾਊਗਾ, ਉਹ ਕਿਸ ਨੇਮ 'ਤੇ ਸਟੋਰ ਕੀਤਾ ਜਾਊਗਾ, .html ਔਰ HTML। ਠੀਕ ਹੈ, ਇਹ ਯਾਨੀ ਕਿ ਉਹਦੀ ਐਕਸਟੈਂਸ਼ਨ ਫਾਈਲ ਹੈ। ਸਟੈਪ ਟੂ ਕ੍ਰੀਏਟ, ਕਿਵੇਂ ਕ੍ਰੀਏਟ ਕੀਤਾ ਜਾਊਗਾ। ਓਪਨ ਨੋਟਪੈਡ ਬਾਈ ਕਲਿਕਿੰਗ ਔਨ, ਤੁਸੀਂ ਜਾਨੀ ਸਭ ਤੋਂ ਪਹਿਲਾਂ ਨੀਚੇ ਕੰਪਿਊਟਰ ਦੇ ਸਟਾਰਟ ਬਟਨ 'ਤੇ ਜਾਓਗੇ, ਉਹਦੇ ਕਲਿੱਕ ਕਰੋਗੇ। ਉਸ ਤੋਂ ਬਾਅਦ ਆਲ ਪ੍ਰੋਗਰਾਮ, ਫਿਰ ਅਸੈਸਰੀ, ਫਿਰ ਉਸ ਤੋਂ ਬਾਅਦ ਕਿਹਨੂੰ ਸਿਲੈਕਟ ਕਰੋਗੇ, ਨੋਟਪੈਡ ਨੂੰ। ਜਿਵੇਂ ਕਿ ਆਹ ਚੀਜ਼ ਤੁਹਾਨੂੰ ਫਾਰਮੈਟ ਦਿਖਾਇਆ ਹੋਇਆ ਹੈ, ਪਲੀਜ਼ ਇਹ ਚੈੱਕ ਕਰੋ। ਸਟਾਰਟ, ਫਿਰ ਐਕਸੈਸਰੀ, ਫਿਰ ਨੋਟਪੈਡ। ਠੀਕ ਹੈ, ਉਸ ਤੋਂ ਬਾਅਦ ਆਪਾਂ ਨੈਕਸਟ ਪੇਜ 'ਤੇ ਆ ਜਾਂਦੇ ਹਾਂ, ਜਿੱਥੇ ਤੁਹਾਨੂੰ ਇੱਕ ਬਲੈਂਕ ਸ਼ੀਟ ਦਿਖ ਰਹੀ ਹੈ। ਇਹ ਕੀ ਚੀਜ਼ ਹੈ, ਨੋਟਪੈਡ ਹੈ। ਇਹਦੇ ਵਿੱਚ ਵੀ ਸੇਮ ਆਪਸ਼ਨਸ ਨੇ ਹੈਗੀਆਂ। ਸਭ ਤੋਂ ਪਹਿਲਾਂ ਫਾਈਲ, ਐਡਿਟ, ਫਾਰਮੈਟ, ਵਿਊ, ਹੈਲਪ। ਫਾਈਲ ਦੇ ਵਿੱਚ ਕੀ ਚੀਜ਼ਾਂ ਹੁੰਦੀਆਂ ਨੇਗੀਆਂ, ਜਿਵੇਂ ਆਪਾਂ ਕਹਿ ਸਕਦੇ ਹਾਂ ਸੇਵ ਦੀ ਆਪਸ਼ਨ ਹੁੰਦੀ ਹੈ, ਨਿਊ ਦੀ ਆਪਸ਼ਨ ਹੁੰਦੀ ਹੈ, ਸੇਵ ਐਜ਼ ਦੀ ਆਪਸ਼ਨ ਹੁੰਦੀਆਂ ਨੇਗੀਆਂ, ਜਿੱਦਾਂ ਆਪਾਂ MS ਵਰਡ ਦੇ ਵਿੱਚ ਪਹਿਲਾਂ ਵੀ ਪੜ੍ਹੀਆਂ ਹੋਈਆਂ ਨੇਗੀਆਂ। ਸੋ ਉਸ ਤੋਂ ਬਾਅਦ ਥਰਡ ਸਟੈਪ ਕੀ ਆਉਂਦਾ, ਥਰਡ ਸਟੈਪ ਆਉਂਦਾ ਕੋਡਿੰਗ ਦਾ, ਜਿੱਥੇ ਤੁਸੀਂ ਨੇ ਕੋਡਿੰਗ ਸਟਾਰਟ ਕਰਨੀ ਹੈ। ਜਿੱਥੇ ਸਭ ਤੋਂ ਪਹਿਲਾਂ ਕੋਈ ਵੀ, ਮੈਂ ਤੁਹਾਨੂੰ ਉਸ ਦਿਨ ਵੀ ਤੁਹਾਡੇ ਨਾਲ ਡਿਸਕਸ ਕੀਤਾ ਸੀ ਵੀ ਕੋਈ ਵੀ ਟੈਗ ਜਦੋਂ ਸਟਾਰਟ ਕੀਤਾ ਜਾਊਗਾ, ਕਿਸ ਤੋਂ ਸਟਾਰਟ ਹੋਊਗਾ, HTML ਤੋਂ ਹੋਊਗਾ। ਯਾਨੀ ਕਿ ਬ੍ਰੈਕਟਸ ਦੇ ਵਿੱਚ ਕੀ ਲਿੱਤਾ ਜਾਊਗਾ, HTML। ਫਿਰ ਹੈੱਡ ਲਿੱਤਾ ਜਾਊਗਾ, ਹੈੱਡ ਯਾਨੀ ਕਿ ਮੇਨ ਇੱਕ ਟਾਈਟਲ ਨੇਮ ਹੁੰਦਾ, ਕਹਿ ਸਕਦੇ ਹੋ, ਟਾਈਟਲ ਨੇਮ ਲਿੱਤਾ ਜਾਊਗਾ। ਠੀਕ ਹੈ, ਫਿਰ ਹੈੱਡ ਕਲੋਜ਼ ਹੋ ਜਾਊਗਾ। ਆਫਟਰ ਦੈਟ ਬੋਡੀ ਦੇ ਵਿੱਚ ਜੋ ਵੀ ਤੁਸੀਂ ਨੇ ਕੰਟੈਂਟ ਦੇਣਾ ਇੱਕ ਵੈਬ ਪੇਜ ਦਾ, ਉਹ ਦੇ ਸਕਦੇ ਹੋ। ਅਤੇ ਇਸੇ ਤਰੀਕੇ ਨਾਲ ਬੋਡੀ ਕਲੋਜ਼ ਹੁੰਦੀ ਹੈ, ਫਿਰ ਆਫਟਰ ਦੈਟ HTML ਕਲੋਜ਼ ਹੁੰਦਾ। ਤਾਂ ਇਸ ਤਰੀਕੇ ਨਾਲ ਇਹਨੂੰ ਜਦੋਂ ਫਿਰ ਫਾਈਲ ਦੀ ਆਪਸ਼ਨ ਦੇ ਵਿੱਚ ਜਾ ਕੇ ਸੇਵ ਦੀ ਆਪਸ਼ਨ 'ਤੇ ਕਲਿੱਕ ਕਰੋਗੇ ਤਾਂ ਫਾਈਲ ਤੁਹਾਡੀ ਸੇਵ ਹੋ ਜੂਗੀ। ਸੋ ਉਸ ਤੋਂ ਬਾਅਦ ਟੂ ਸੇਵ ਦਾ HTML ਪੇਜ, ਕਲਿੱਕ ਔਨ ਦਾ ਸੇਵ ਆਪਸ਼ਨ ਫਰੋਮ ਦਾ ਫਾਈਲ ਮੈਨਿਊ। ਟੂ ਸੇਵ ਐਜ਼ ਡਾਇਲੋਗ ਬਾਕਸ ਵਿਲ ਅਪੀਅਰ ਸ਼ੋਨ ਇਨ ਦਾ ਫਿਗਰ। ਤੁਹਾਨੂੰ ਐਵੇਂ ਦਾ ਬਾਕਸ ਓਪਨ ਹੋ ਜਾਊਗਾ ਜੋ ਤੁਹਾਨੂੰ ਦਿਖੂਗਾ, ਜਿਹਦੇ ਵਿੱਚ ਤੁਸੀਂ ਕੀ ਕਰੋਗੇ, ਡਾਇਲੋਗ ਬਾਕਸ ਦੇ ਵਿੱਚ ਕੀ ਕਰੋਗੇ, ਇੱਥੇ ਇੱਕ ਨੇਮ ਦਓਗੇ। ਜੋ ਨੇਮ ਕੀ ਹੋਊਗਾ, ਜਾਂ ਫੋਰ ਐਗਜ਼ਾਮਪਲ ਤੁਸੀਂ ਆਪਣਾ ਨੇਮ ਦੇਣਾ ਚਾਹੋ ਤਾਂ ਆਪਣਾ ਨੇਮ ਦੇ ਸਕਦੇ ਹੋ, ਜਾਂ ਪੇਜ ਦਾ ਨੇਮ ਜਿਹੜਾ ਤੁਸੀਂ ਬਣਾ ਰਹੇ ਹੋ ਉਹਦਾ ਨੇਮ ਦੇ ਕੇ .html ਜਾਂ .html ਜ਼ਰੂਰ ਲਾ ਕੇ ਸੇਵ ਦੀ ਬਟਨ 'ਤੇ ਕਲਿੱਕ ਕਰ ਦੋਗੇ। तो फाइनली द नेम इज इन द फाइल टेक्स्ट बॉक्स विद एक्सटेंशन HTML और क्लिकिंग और सेव बटन। यानी कि पहला एक्सटेंशन दोगे, आफ्टर दैट सेव बटन पर क्लिक कर दोगे तो पेज की हो जाएगा, सेव हो जाए। ਹੁਣ ਵਿਊ ਕਰਨਾ ਆਪਾਂ ਇਸ ਪੇਜ ਨੂੰ, ਜੋ ਤੁਹਾਡਾ ਪੇਜ ਸੇਵ ਹੋ ਚੁੱਕਿਆ ਹੈ ਉਹਨੂੰ ਆਪਾਂ ਨੇ ਰਨ ਕਰਨਾ ਹੈ। ਤਾਂ ਉਸ ਦੇ ਵਾਸਤੇ ਕੀ ਕਰਾਂਗੇ, ਟੂ ਵਿਊ ਦਾ HTML ਪੇਜ ਵੀ ਨੀਡ ਏ ਵੈਬ ਬਰਾਊਜ਼ਰ। ਸਾਨੂੰ ਕੀ ਜ਼ਰੂਰਤ ਪੈਂਦੀ ਹੈ, ਇੱਕ ਵੈਬ ਬਰਾਊਜ਼ਰ ਦੀ ਜ਼ਰੂਰਤ ਪੈਂਦੀ ਹੈ। एग्जाम्पल ऑफ वैब ब्राउज़र आर इंटरनेट एक्सप्लोरर, नेटस्केप नेविगेशन एटसैक्ट्रा। यानी कि कुछ एग्जाम्पल्स दित्तियां हुई ने। मैं एक गल दसना चाहूँगा भी यूजी ब्राउज़र में तुसीं इस चीज़ को अपलाई नहीं कर सकते। स्टैप टू व्यू ए वैब पेज इन इंटरनेट एक्सप्लोरर आर ओपन इंटरनेट एक्सप्लोरर बाय क्लिकिंग। ओपन सब तो पहले करोगे, इंटरनेट एक्सप्लोरर को ओपन करोगे, स्टार्ट बटन पर क्लिक करोगे, किधर करोगे, स्टार्ट बटन पर, ऑल प्रोग्राम, फिर इंटरनेट एक्सप्लोरर। ठीक है, ਜਾਂ ਤੁਸੀਂ ਡਾਇਰੈਕਟ ਕੀ ਕਰਿਓ, ਜਿੱਥੇ ਤੁਹਾਡਾ ਉਹ ਕੰਟੈਂਟ ਸੇਵ ਹੋਇਆ, ਜਿਹੜਾ ਤੁਸੀਂ ਨੇ ਮਤਲਬ ਕਿ ਪੇਜ ਸੇਵ ਕੀਤਾ, ਜਿਹਦੀ ਕੋਡਿੰਗ ਕੀਤੀ ਸੀਗੀ, ਉਹਦੇ ਡਾਇਰੈਕਟ ਕਲਿੱਕ ਕਰੋਗੇ, ਉਹ ਕਿਹਦੇ ਵਿੱਚ ਹੀ ਓਪਨ ਹੋਊਗਾ, ਜਾ ਕੇ ਇੰਟਰਨੈਟ ਐਕਸਪਲੋਰਰ ਦੇ ਵਿੱਚ। ਠੀਕ ਹੈ ਜੀ। ਸੋ ਦੇਰ ਆਰ 2 ਮੈਥਡ ਟੂ ਵਿਊ ਦਾ ਵੈਬ ਪੇਜ ਇਨ ਦਾ ਬਰਾਊਜ਼ਰ। ਇਨ ਦਾ ਐਡਰੈਸ ਬਾਰ ਬਰਾਊਜ਼ਰ ਵਿੰਡੋ, ਪਹਿਲੀ ਗੱਲ ਤਾਂ ਤੁਸੀਂ ਐਡਰੈਸ ਭਰ ਕੇ ਵੀ ਤੁਸੀਂ ਕਿਸੇ ਚੀਜ਼ ਨੂੰ ਖੋਲ੍ਹ ਸਕਦੇ ਹੋ। ਐਡਰੈਸ ਮਤਲਬ ਸਭ ਤੋਂ ਪਹਿਲਾਂ ਇਸ ਆਪਸ਼ਨ ਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਆਪਾਂ ਐਡਰੈਸ ਦੇਣੀ ਹੈ, ਜਿੱਥੇ ਆਪਾਂ ਲਿਖਦੇ ਹਾਂ www.facebook.com ਐਟਸੈਕਟਰਾ, ਉੱਥੇ ਤੁਸੀਂ ਉਸ ਪੇਜ ਦਾ ਐਡਰੈਸ ਦੇ ਸਕਦੇ ਹੋ। ਤਾਂ ਉਸ ਦੁਆਰਾ ਵੀ ਪੇਜ ਨੂੰ ਕੀ ਕੀਤਾ ਜਾ ਸਕਦਾ, ਓਪਨ ਕੀਤਾ ਜਾ ਸਕਦਾ ਹੈ। ਸੈਕਿੰਡ ਆਪਸ਼ਨ ਕੀ ਹੈ, ਕਲਿੱਕ ਦਾ ਫਾਈਲ ਮੈਨਿਊ। ਯਾਨੀ ਕਿ ਤੁਸੀਂ ਉਸ ਫਾਈਲ ਦੇ ਮੈਨਿਊ 'ਤੇ ਕਲਿੱਕ ਕਰੋ ਐਂਡ ਸਿਲੈਕਟ ਦਾ ਓਪਨ ਕਮਾਂਡ ਇਜ਼ ਅ ਬਰਾਊਜ਼ਰ। ਬਰਾਊਜ਼ਰ ਦੇ ਵਿੱਚ ਜਾ ਕੇ ਤੁਸੀਂ ਇਹਦੇ ਫਾਈਲ ਆਪਸ਼ਨ ਨੂੰ ਕਲਿੱਕ ਕੀਤਾ, ਫਿਰ ਓਪਨ ਦੀ ਕਮਾਂਡ ਆਪਸ਼ਨ 'ਤੇ ਆਓਗੇ ਤਾਂ ਓਪਨ ਦੇ ਦੁਆਰਾ ਤੁਸੀਂ ਵੀ ਕੀ ਕਰ ਸਕਦੇ ਹੋ, ਓਪਨ ਕਮਾਂਡ ਨੂੰ ਸਿਲੈਕਟ ਕਰਕੇ ਤੁਸੀਂ ਡਾਇਰੈਕਟ HTML ਪੇਜ ਨੂੰ ਕੀ ਕਰ ਸਕਦੇ ਹੋ, ਡਬਲ ਕਲਿਕਿੰਗ ਦੁਆਰਾ ਓਪਨ ਕਰ ਸਕਦੇ ਹੋ। ਯੂਰ ਵੈਬ ਪੇਜ ਵਿਲ ਬੀ ਸ਼ੋਨ ਔਨ ਦਾ ਵੈਬ ਬਰਾਊਜ਼ਰ। ਤੁਹਾਡਾ ਪੇਜ ਕਿੱਥੇ ਸ਼ੋ ਹੋਣ ਲੱਗ ਜੂ, ਵੈਬ ਬਰਾਊਜ਼ਰ ਦੇ ਵਿੱਚ। ਸ਼ਾਰਟਕਟ ਮੈਥਡ ਕੀ ਹੁੰਦਾ, ਸ਼ਾਰਟਕਟ ਮੈਥਡ ਹੁੰਦਾ ਜੀ ਲੋਕੇਟ ਐਟ ਦਾ HTML ਫਾਈਲ, ਜਿਹੜੀ ਫਾਈਲ ਤੁਸੀਂ ਸੇਵ ਕੀਤੀ ਉਸ 'ਤੇ ਲੋਕੇਟ ਕਰਨਾ, ਉੱਤੇ ਰਾਈਟ ਕਲਿੱਕ ਕਰਨਾ ਐਂਡ ਇਹ ਪੋਪ ਅਪ ਮੈਨਿਊ ਅਪੀਅਰ, ਤੁਹਾਨੂੰ ਇੱਕ ਮੈਨਿਊ ਅਪੀਅਰ ਹੋਣ ਲੱਗ ਜੂਗਾ। ਸਿਲੈਕਟ ਦਾ ਆਪਸ਼ਨ ਓਪਨ ਵਿਦ ਐਜ਼, ਤਾਂ ਤੁਸੀਂ ਕਲੀਅਰ ਕਰੋਗੇ, ਓਪਨ ਵਿਦ 'ਤੇ ਕਲਿੱਕ ਕਰੋਗੇ। ਉਹਦੇ ਵਿੱਚ ਜਿਹੜਾ ਵੀ ਤੁਹਾਡਾ ਪੇਜ ਦਾ ਨੇਮ ਹੈ, ਕਲਿੱਕ ਔਨ ਦਾ ਡਿਜ਼ਾਇਰ ਵੈਬ ਬਰਾਊਜ਼ਰ, ਜਿਹੜਾ ਡਿਜ਼ਾਇਰ ਵੈਬ ਬਰਾਊਜ਼ਰ ਜਿਹੜੇ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ, ਸੇਵ ਦਾ ਫਾਇਰਫੌਕਸ। ਯੂ
ਯੂਅਰ ਵੈਬ ਪੇਜ ਵਿਲ ਸ਼ੋਨ ਔਨ ਦਾ ਵੈਬ ਬਰਾਊਜ਼ਰ। ਤੁਹਾਡਾ ਵੈਬ ਪੇਜ ਕਿੱਥੇ ਦਿਖਣਾ ਸ਼ੁਰੂ ਹੋ ਜਾਊਗਾ? ਬਰਾਊਜ਼ਰ ਦੇ ਵਿੱਚ ਸ਼ੋ ਹੋ ਜਾਊਗਾ। ਕ੍ਰੀਏਟਿੰਗ ਯੂਅਰ ਫਸਟ HTML document or page viewing page in browser. Let us create a web page using HTML. Run the notepad by clicking start button. Choose the all program accessory यानी notepad, यानी कि ये ऑप्शन ਆਪਾਂ ਹੁਣ ਪੜ੍ਹ ਕੇ ਆਏ ਹਾਂ। ਪਹਿਲਾਂ notepad ਦੇ ਵਿੱਚ ਸਾਰੀ ਕੋਡਿੰਗ ਕਰਾਂਗੇ, ਕੋਡ ਕਰਨ ਤੋਂ ਬਾਅਦ ਉਹਨੂੰ ਸੇਵ ਕਰਾਂਗੇ। ਆਫਟਰ ਦੈਟ ਕੀ ਕਰਾਂਗੇ, ਉਹਨੂੰ ਸੇਵ ਕਰਨ ਤੋਂ ਬਾਅਦ ਆਪਾਂ ਉਹਨੂੰ ਓਪਨ ਕਰ ਲਾਂਗੇ। ਯਾਨੀ ਇਹ ਸਾਰੀ ਪ੍ਰਕਿਰਿਆ ਨੂੰ ਕੀ ਕੀਤਾ ਗਿਆ, ਇਕੱਠਾ ਕੀਤਾ ਗਿਆ। ਜੇ ਤੁਸੀਂ ਵਨ ਬਾਏ ਸਟੈਪ ਇਸ ਕੁਐਸਚਨ ਦੇ ਵਿੱਚ ਦੇਖੋ, ਰਨ ਨੋਟਪੈਡ ਬਾਈ ਕਲਿਕਿੰਗ ਦਾ ਸਟਾਰਟ ਬਟਨ, ਪਹਿਲਾਂ ਸਟਾਰਟ ਕਰਨਾ ਹੈ ਨੋਟਪੈਡ ਨੂੰ, ਜਿਹਦੇ ਵਿੱਚ ਕਿਹਦੇ ਵਿੱਚ ਜਾ ਕੇ ਹੋਊਗਾ, ਆਲ ਪ੍ਰੋਗਰਾਮ ਐਕਸੈਸਰੀ ਦੇ ਵਿੱਚ। ਦੈਨ ਨੋਟਪੈਡ ਤੁਹਾਨੂੰ ਅਪੀਅਰ ਹੋਊਗੀ। ਟਾਈਪ ਦਾ ਫੋਲੋਇੰਗ ਪੀਸ ਆਫ ਕੋਡ ਇਨ ਦਾ ਨੋਟਪੈਡ। ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰੋਗੇ, ਉੱਥੇ ਕੋਡਿੰਗ ਸੈੱਟ ਕਰੋਗੇ, ਕੋਡਿੰਗ ਲਿਖਣੀ ਸਟਾਰਟ ਕਰੋਗੇ। ਆਫਟਰ ਟਾਈਪਿੰਗ ਆਲ ਕਮਾਂਡ ਦਾ ਫਾਈਲ ਸ਼ੁੱਡ ਲੁੱਕ ਐਜ਼ ਦਾ ਸ਼ੋਨ ਇਨ ਦਾ ਫਿਗਰ। ਤੁਹਾਨੂੰ ਐਵੇਂ ਦੀ ਕੋਡਿੰਗ ਦਿਖੂਗੀ ਜੋ ਦਿਖ ਰਹੀ ਹੈ ਸਾਹਮਣੇ। ਸੋ ਸੇਵ ਦਾ ਫਾਈਲ ਬਾਈ ਚੂਜ਼ਿੰਗ ਦਾ ਸੇਵ ਆਪਸ਼ਨ। ਤੁਸੀਂ ਫਾਈਲ ਨੂੰ ਸੇਵ ਕਰੋਗੇ ਅਤੇ ਫਿਰ ਕਿੱਥੇ ਚਲੇ ਜਾਓਗੇ, ਫਾਈਲ ਦੇ ਮੈਨਿਊ ਚਲੇ ਜਾਓਗੇ। ਸਪੈਸੀਫਾਈ ਦਾ ਨੇਮ, ਇੱਕ ਫਾਈਲ ਦਾ ਨੇਮ ਸੈੱਟ ਕਰੋਗੇ ਜੋ ਤੁਹਾਨੂੰ ਪਸੰਦ ਹੈ, ਤਾਂ ਉਹਦੇ ਨਾਲ ਕੀ ਕਰੋਗੇ, .html ਐਕਸਟੈਂਸ਼ਨ ਫਾਈਲ ਜ਼ਰੂਰ ਸੈੱਟ ਕਰੋਗੇ। ਮਿਨੀਮਾਈਜ਼ ਨੋਟਪੈਡ, ਫਿਰ ਉਸ ਤੋਂ ਬਾਅਦ ਤੁਸੀਂ ਨੋਟਪੈਡ ਨੂੰ ਬੰਦ ਕਰ ਦਿਓ, ਕਲੋਜ਼ ਹੋ ਜੂਗੀ। ਰਨ ਯੂਅਰ ਵੈਬ ਬਰਾਊਜ਼ਰ, ਹੁਣ ਤੁਸੀਂ ਕਿਹਨੂੰ ਸਟਾਰਟ ਕਰੋਗੇ, ਤੁਹਾਡੇ ਬਰਾਊਜ਼ਰ ਨੂੰ ਰਨ ਕਰੋਗੇ, ਜਿਹਦੇ ਵਿੱਚ ਸਟਾਰਟ ਆਲ ਪ੍ਰੋਗਰਾਮ ਐਂਡ ਇੰਟਰਨੈਟ ਐਕਸਪਲੋਰਰ ਸੇਮ ਆਪਸ਼ਨ ਹੈ। ਸੋ ਦੇਰ ਆਰ ਟੂ ਮੈਥਡ ਟੂ ਵਿਊ ਦਾ ਵੈਬ ਪੇਜ ਇਨ ਦਾ ਬਰਾਊਜ਼ਰ। ਪਹਿਲਾ ਹੈ ਜੀ, ਇਨ ਦਾ ਐਡਰੈਸ ਬਾਰ ਬਰਾਊਜ਼ਰ ਵਿੰਡੋ ਟਾਈਪ ਦਾ HTML ਡਾਕੂਮੈਂਟ ਨੇਮ ਅਲੋਂਗ ਵਿਦ ਇਟਸ ਪਾਥ, ਯਾਨੀ ਕਿ ਕਿਹਦੇ ਅਕੋਰਡਿੰਗ ਕੰਮ ਕਰੂ, ਇਸ ਦੇ ਪਾਥ ਦੇ ਅਕੋਰਡਿੰਗ ਕੰਮ ਕਰੋ, ਯਾਨੀ ਕਿ ਉਹਨੂੰ ਪਾਥ ਦੇਣਾ ਸੈੱਟ ਕਰਨਾ ਪਊ। ਯਾਨੀ ਕਿ ਕਹਿਣ ਦਾ ਮੀਨਿੰਗ ਕੀ ਹੈ, ਭਾਵੇਂ ਤੁਸੀਂ ਡਾਇਰੈਕਟ ਕਲਿੱਕ ਦੁਆਰਾ ਕਰੋ, ਭਾਵੇਂ ਰਾਈਟ ਕਲਿੱਕ ਦੁਆਰਾ ਓਪਨ ਕਰੋ, ਭਾਵੇਂ ਉਹਦੀ ਫਾਈਲ ਦੇ ਵਿੱਚ ਜਾ ਕੇ ਤੁਸੀਂ ਉਹਦਾ ਪਾਥ ਸੈੱਟ ਕਰੋ, ਠੀਕ ਹੈ। ਤਾਂ ਉਸ ਤਰੀਕੇ ਨਾਲ ਆਪਾਂ ਤਿੰਨੋਂ ਤਰੀਕੇ ਨਾਲ ਕੀ ਕਰ ਸਕਦੇ ਹਾਂ, ਆਪਾਂ ਫਾਈਲ ਨੂੰ ਓਪਨ ਕੀਤਾ ਜਾ ਸਕਦਾ। ਸੋ ਨੈਕਸਟ ਹੈ ਜੀ HTML ਟੈਗ ਕੀ ਹੁੰਦੇ ਨੇਗੇ। ਹੁਣ ਟੈਗਸ ਬਾਰੇ ਗੱਲ ਹੋਣ ਲੱਗੀ ਹੈ। ਕਹਿੰਦਾ HTML ਇਜ਼ ਅ ਟੈਗ ਬੇਸਡ ਲੈਂਗੁਏਜ। ਕੀ ਹੈ, ਟੈਗ ਬੇਸਡ ਲੈਂਗੁਏਜ ਹੈ। ਟੈਗ ਇਜ਼ ਐਨ ਐਲੀਮੈਂਟ, ਟੈਗ ਕੀ ਹੁੰਦੇ ਨੇ, ਐਲੀਮੈਂਟਸ ਨੇ ਵਿਚ ਇੰਸਟਰਕਟ ਦਾ ਵੈਬ ਬਰਾਊਜ਼ਰ, ਜੋ ਕੀ ਦਿੰਦੇ ਨੇ, ਵੈਬ ਬਰਾਊਜ਼ਰ ਨੂੰ ਇੰਸਟਰਕਟ ਦਿੰਦੇ ਨੇ, ਇੰਸਟਰਕਸ਼ਨਸ ਦਿੰਦੇ ਨੇਗੇ। ਵਟ ਡੂ ਸ਼ੋ, ਕੀ ਸ਼ੋ ਹੋ ਰਿਹਾ, ਹਾਊ ਟੂ ਸ਼ੋ, ਕਿਵੇਂ ਹੋ ਰਿਹਾ। ਐਵਰੀ HTML ਲੈਂਗੁਏਜ ਇਜ਼ ਮੇਡ ਅਪ ਆਫ ਕੀਵਰਡਸ, ਕਿਹਦੇ ਦੁਆਰਾ ਬਣਾਈ ਜਾਂਦੀ ਹੈ, ਕੀਵਰਡਸ। ਕੀਵਰਡਸ ਕੀ ਹੁੰਦੇ ਨੇ, ਜੋ ਆਲਰੇਡੀ ਪਰਮਾਨੈਂਟਲੀ ਸੇਵ ਹੁੰਦੇ ਨੇ ਲਾਇਬ੍ਰੇਰੀ ਦੇ ਵਿੱਚ ਕਿਸੇ ਵੀ ਸੌਫਟਵੇਅਰ ਦੀ। ਰਿਟਨ ਬਿਟਵੀਨ ਐਰੋ ਹੈਡ, ਉਹਨੂੰ ਕਿਹਦੇ ਵਿੱਚ ਸਟੋਰ ਕੀਤਾ ਜਾਂਦਾ, ਐਰੋ ਹੈਡ, ਯਾਨੀ ਕਿ ਆ ਜਿਹੜੇ ਤੁਹਾਡੇ ਲੈਸ ਦੈਨ ਗ੍ਰੇਟਰ ਦੈਨ ਦੇ ਸਾਈਨ ਨੇ। ਐਨੀ ਟੈਕਸਟ ਦੈਟ ਫਾਲ ਬਿਟਵੀਨ ਟੂ ਐਰੋ ਹੈਡ, ਹਰ ਇੱਕ ਜਿਹੜਾ ਵੀ ਤੁਸੀਂ ਯੂਜ਼ ਕਰੋਗੇ, ਕੋਈ ਵੀ ਯੂਜ਼ ਕਰੋਗੇ, ਦੋ ਐਰੋ ਹੈਡ ਦੇ ਵਿਚਾਲੇ ਸਟੋਰ ਕੀਤਾ ਜਾਊਗਾ, ਇੱਕ ਮਤਲਬ ਲੈਸ ਦੈਨ, ਇੱਕ ਗ੍ਰੇਟਰ ਦੈਨ। ਟੈਗਸ ਆਰ ਟੂ ਮੇਨ, ਵਨ ਇਜ਼ ਦਾ ਕੰਟੇਨਰ ਟੈਗ, ਇੱਕ ਕਿਹੜੇ ਹੁੰਦੇ ਨੇ, ਕੰਟੇਨਰ ਟੈਗ ਹੁੰਦੇ ਨੇ। ਦਾ ਟੈਗ ਵਿਚ ਆਰ ਯੂਜ਼ਡ ਇਨ ਪੇਅਰ, ਜਿਹੜੇ ਪੇਅਰ ਦੇ ਰੂਪ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ, ਯਾਨੀ ਕਿ ਜਿਨ੍ਹਾਂ ਨੂੰ ਸਟਾਰਟ ਕਰਨਾ ਵੀ ਜ਼ਰੂਰੀ ਹੈ ਅਤੇ ਕਲੋਜ਼ ਕਰਨਾ ਵੀ ਜ਼ਰੂਰੀ, ਉਹਨਾਂ ਨੂੰ ਆਪਾਂ ਕਹਿੰਦੇ ਕੰਟੇਨਰ ਟੈਗ, ਯਾਨੀ ਕਿ ਜਿਹੜੀ ਚੀਜ਼ ਦੀ ਸ਼ੁਰੂਆਤ ਹੋਊਗੀ ਉਸਦਾ ਅੰਤ ਹੋਊਗਾ ਜ਼ਰੂਰੀ। ਤਾਂ ਟੈਗ ਵਿਚ ਆਰ ਯੂਜ਼ ਇਨ ਦਾ ਪੇਅਰ ਆਰ ਨੋਨ ਐਜ਼ ਕੰਟੇਨਰ ਟੈਗ, ਉਹਨਾਂ ਨੂੰ ਕੀ ਕਿਹਾ ਜਾਂਦਾ, ਕੰਟੇਨਰ ਟੈਗ ਕਿਹਾ ਜਾਂਦਾ। ਸਮ ਐਗਜ਼ਾਮਪਲ ਆਫ ਦਾ ਕੰਟੇਨਰ ਟੈਗ, ਕੁਛ ਐਗਜ਼ਾਮਪਲ ਦਿੱਤੀਆਂ ਹੋਈਆਂ ਨੇ ਤੁਹਾਡੀ ਸਕਰੀਨ ਦੇ ਉੱਤੇ, ਜਿਵੇਂ HTML ਹੈਡ, ਬੋਡੀ, B ਫॉर ਬੋਲਡ, ਇਟੈਲਿਕ ਐਟਸੈਕਟਰਾ। ਦੂਜੇ ਹੁੰਦੇ ਨੇ ਜੀ ਐਮਪਟੀ ਟੈਗ। ਐਮਪਟੀ ਟੈਗ ਕੀ ਚੀਜ਼ ਹੈ, ਐਮਪਟੀ ਟੈਗ ਉਹ ਚੀਜ਼ ਹੈ ਜਿਹਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ, ਸਿਰਫ ਸਟਾਰਟ ਕਰਨ ਦੀ ਜ਼ਰੂਰਤ ਹੈ, ਕਲੋਜ਼ ਕਰਨ ਦੀ ਜ਼ਰੂਰਤ ਨਹੀਂ ਹੈ। ਕੁਛ ਟੈਗ ਐਸੇ ਵੀ ਨੇ। ਐਮਪਟੀ ਟੈਗ ਆਰ ਦਾ ਇੰਸਰਟਡ ਸਿੰਗਲ ਟੂ ਕੈਰੀ ਆਊਟ ਸਪੈਸੀਫਿਕ ਟਾਸਕ, ਕਿਸੇ ਵੀ ਟਾਸਕ ਨੂੰ ਕਰਨ ਲਈ ਸਿੰਗਲ, ਯਾਨੀ ਕਿ ਸਿੰਗਲ ਫਾਰਮ ਦੇ ਵਿੱਚ ਯੂਜ਼ ਕਰਨਾ। ਦੀਜ਼ ਟੈਗ ਹੈਵ ਓਨਲੀ ਸਟਾਰਟਿੰਗ ਟੈਗ, ਇਹ ਕੀ ਹੁੰਦੇ ਨੇ, ਸਟਾਰਟਿੰਗ ਟੈਗ ਹੁੰਦੇ, ਨੋਟ ਐਨ ਐਂਡਿੰਗ ਟੈਗ, ਇਹਨਾਂ ਦੇ ਕੋਈ ਵੀ ਐਂਡਿੰਗ ਟੈਗ ਨਹੀਂ ਹੁੰਦਾ। ਸਮ ਐਗਜ਼ਾਮਪਲਸ ਆਫ ਦਾ ਐਮਪਟੀ ਟੈਗ ਆ, ਇਹਨਾਂ ਦੇ ਕੁਛ ਐਗਜ਼ਾਮਪਲ ਨੇ। IMG, ਜਿਵੇਂ ਇਮੇਜ ਜੇ ਤੁਸੀਂ ਨੇ ਕ੍ਰੀਏਟ ਕਰਨੀ ਹੋਵੇ ਕਿਸੇ ਵੈਬ ਪੇਜ ਦੇ ਉੱਤੇ, ਤਾਂ ਤੁਸੀਂ ਕਿਹੜਾ ਯੂਜ਼ ਕਰੋਗੇ, IMG। BR ਟੈਗ ਇਜ਼ ਯੂਜ਼ ਫॉर ਬ੍ਰੇਕ, ਯਾਨੀ ਕਿ ਬ੍ਰੇਕ, ਕਿਸੇ ਵੀ ਲਾਈਨ ਦਾ ਬ੍ਰੇਕ ਕਰਨ ਲਈ। ਐਟਰੀਬਿਊਟਸ ਕੀ ਹੁੰਦੇ ਨੇਗੇ, ਟੈਗ ਆਲਸੋ ਅਸੈਪਟ ਐਡੀਸ਼ਨਲ ਪੈਰਾਮੀਟਰ, ਟੈਗ ਕੀ ਅਸੈਪਟ ਕਰਦੇ ਨੇ, ਐਡੀਸ਼ਨਲ ਪੈਰਾਮੀਟਰ ਯੂਜ਼ ਕਰਦੇ ਨੇ, ਦੈਟ ਇਜ਼ ਕਾਲਡ ਐਟਰੀਬਿਊਟ। ਯਾਨੀ ਕਿ ਜੋ ਵੀ ਤੁਸੀਂ ਨੇ ਆਪਾਂ ਕਹਿ ਸਕਦੇ ਹਾਂ, ਜਿਵੇਂ ਦਿੱਤਾ ਹੋਇਆ ਹੈ, ਤੁਸੀਂ ਪੜ੍ਹ ਸਕਦੇ ਹੋ, ਐਟਰੀਬਿਊਟ ਆਫ ਦਾ ਫਰੰਟ ਟੈਗ ਦਿੱਤਾ ਹੋਇਆ, ਐਟਰੀਬਿਊਟ ਆਫ ਦਾ ਫਰੰਟ ਗੈਟ, ਯਾਨੀ ਕਿ ਜਿਹੜਾ ਇੱਥੇ ਐਟਰੀਬਿਊਟ ਨੇਮ ਹੈ। ਸੋ ਉਹਨੇ ਕੀ ਕਹਿਤਾ, ਕਹਿੰਦਾ ਐਟਰੀਬਿਊਟਸ ਆਰ, ਯਾਨੀ ਕਿ ਆਪਾਂ ਪ੍ਰੋਪਰਟੀਜ਼ ਵੀ ਕਹਿ ਸਕਦੇ ਹਾਂ ਇਹਨਾਂ ਨੂੰ। ਟੈਗਸ ਆਰ ਅਸੈਪਟ ਐਡੀਸ਼ਨਲ ਪੈਰਾਮੀਟਰ, ਟੈਗਸ ਕੀ ਅਸੈਪਟ ਕਰਦੇ ਨੇ, ਐਡੀਸ਼ਨਲ ਪੈਰਾਮੀਟਰ ਅਸੈਪਟ ਕਰਨ, ਜਿਹਨੂੰ ਆਪਾਂ ਕਹਿੰਦੇ ਐਟਰੀਬਿਊਟਸ ਕਹਿੰਦੇ ਆ। ਟੂ ਪ੍ਰੋਵਾਈਡ ਦਾ ਇਨਫੋਰਮੇਸ਼ਨ ਟੂ ਏ ਵੈਬ ਬਰਾਊਜ਼ਰ, ਜਿਹਦੇ ਨਾਲ ਕੀ ਪਤਾ ਲੱਗਦਾ ਵੈਬ ਬਰਾਊਜ਼ਰ ਨੂੰ ਇਨਫੋਰਮੇਸ਼ਨ ਮਿਲ ਜਾਂਦੀ ਆਪਾਂ ਕਿਹੜਾ ਟੈਗ ਯੂਜ਼ ਕੀਤਾ ਹੁੰਦਾ। ਹਾਊ ਟੂ ਅਪਲਾਈ, ਇਹਨੂੰ ਕਿਵੇਂ ਅਪਲਾਈ ਕਰਨਾ, ਜਿਵੇਂ ਫੌਂਟ ਸਾਈਜ਼ ਤੋਂ ਪਤਾ ਲੱਗੇ ਫੌਂਟ ਦਾ ਸਾਈਜ਼ ਆਪਾਂ ਨੇ ਇਨਕਰੀਜ਼ ਜਾਂ ਡਿਕਰੀਜ਼ ਕਰਨਾ ਹੈ। ਐਟਰੀਬਿਊਟ ਆਰ ਨੇਮ ਟੂ ਗਿਵ, ਐਟਰੀਬਿਊਟ ਆਰ ਦਾ ਨੇਮ ਟੂ ਵਿਚ ਯੂਜ਼ ਅਸਾਈਨ ਵੈਲਿਊ ਯੂਜ਼ਿੰਗ ਸਾਈਨ, ਤਾਂ ਆਪਾਂ ਯੂਜ਼ ਕੀ ਕਰਦੇ ਹਾਂ, ਉਹਨਾਂ ਦੇ ਸਾਈਨ ਯੂਜ਼ ਕਰਦੇ ਹਾਂ। ਫੋਰ ਐਗਜ਼ਾਮਪਲ ਵੀ ਦੇ ਰੱਖਿਆ, ਫਰੰਟ ਸਾਈਜ਼ ਇਕੁਅਲ ਟੂ 4, ਯਾਨੀ ਕਿ ਆਪਾਂ ਫਰੰਟ ਦਾ ਜਿਹੜਾ ਸਾਈਜ਼ ਆ ਉਹ ਕਿੰਨਾ ਹੋਣਾ ਚਾਹੀਦਾ, 4।
In this example, the font size has attribute that lets you change the font size text for on the web page, यानी ਜਿਹਦੇ ਦੁਆਰਾ ਤੁਸੀਂ ਕੀ ਕਰ ਸਕਦੇ ਹੋ, ਕਿਸੇ ਵੀ ਫੌਂਟ ਦਾ ਸਾਈਜ਼ ਚੇਂਜ ਕਰ ਸਕਦੇ ਹੋ। ਸੋ ਇਸ ਤੋਂ ਬਾਅਦ ਆਪਾਂ ਜਿਹੜਾ ਆਪਣਾ ਸਿਲੇਬਸ ਦੇ ਅਕੋਰਡਿੰਗ ਆਪਾਂ ਗੱਲ ਕਰੀਏ, ਇੱਕ ਪ੍ਰੋਗਰਾਮ ਦੱਸ ਦਿੰਦਾ ਮੈਂ, ਜਿਵੇਂ ਆ ਬਣਿਆ ਹੋਇਆ ਐਗਜ਼ਾਮਪਲ ਦੇ ਦਿੰਦਾ। ਐਗਜ਼ਾਮਪਲ ਦੇ ਵਿੱਚ ਦੇਖਿਓ ਕੀ ਯੂਜ਼ ਕੀਤਾ ਹੋਇਆ। ਉਹਨਾਂ ਨੇ ਸਭ ਤੋਂ ਪਹਿਲਾਂ HTML ਲਾਇਆ, ਹੈਡ ਲਾਇਆ, ਟਾਈਟਲ ਦੇ ਵਿੱਚ ਹੈਡਿੰਗ ਟੈਗ ਡੈਮੋ, ਯਾਨੀ ਕਿ ਨਾਮ ਦੇ ਦਿੱਤਾ ਗਿਆ ਉਹਨੂੰ ਹੈਡਿੰਗ ਟੈਗ ਡੈਮੋ, ਤੁਸੀਂ ਕੋਈ ਵੀ ਦੇ ਸਕਦੇ ਹੋ। ਟਾਈਟਲ ਕਲੋਜ਼ ਕਰ ਦਿੱਤਾ ਗਿਆ, ਫਿਰ ਹੈਡ ਵੀ ਕਲੋਜ਼ ਹੋ ਗਿਆ। ਆਫਟਰ ਬੋਡੀ ਸਟਾਰਟ ਹੋਈ। ਜਿਹੜੀਆਂ H1 H2 H3 ਯੂਜ਼ ਕੀਤਾ ਹੈ, ਇਹ ਤੁਹਾਨੂੰ ਮੈਂ ਦੱਸਣਾ ਚਾਹੂੰਗਾ, ਇਹ ਹੌਰੀਜੈਂਟਲ ਲਾਈਨ ਵਾਸਤੇ ਹੈ, ਯਾਨੀ ਕਿ ਜਿਹੜਾ ਤੁਹਾਡਾ ਕੰਟੈਂਟ ਹੈ ਉਹ ਲਾਈਨ ਬਾਈ ਲਾਈਨ ਆਊਗਾ ਹੌਰੀਜੈਂਟਲੀ, ਠੀਕ ਹੈ, ਜਿਹਦੇ 'ਚ ਟੈਕਸਟ ਸਾਈਜ਼ H1 H2 H3 ਤੇ H6 ਤੱਕ ਚੱਲੂਗਾ। ਤਾਂ ਜਿਹੜੀ ਮਤਲਬ ਸਾਈਜ਼ ਫੌਂਟ ਹੈ ਉਹ ਕੀ ਹੈ, ਅਕੋਰਡਿੰਗ ਟੂ ਜਿਵੇਂ ਤੁਸੀਂ ਨੇ ਯੂਜ਼ ਕੀਤਾ ਉਵੇਂ ਨਹੀਂ ਆਊਗਾ। ਦੇਖੋ ਧਿਆਨ ਨਾਲ ਦੇਖੋ, ਇਹਦੀ ਜੋ ਆਊਟਪੁੱਟ ਹੈ ਉਹ ਕਿਸ ਤਰੀਕੇ ਨਾਲ ਆ ਰਹੀ ਹੈ। ਟੈਕਸਟ ਦਾ ਸਾਈਜ਼ ਸਭ ਤੋਂ ਪਹਿਲਾਂ ਵੱਡਾ, ਫਿਰ ਘਟਦਾ ਕੀ ਹੋ ਰਿਹਾ, ਛੋਟਾ ਹੁੰਦਾ ਜਾ ਰਿਹਾ, ਯਾਨੀ ਕਿ ਸਾਰੇ ਸਾਈਜ਼ ਕੀ ਹੁੰਦੇ ਨੇ, ਡਿਕਰੀਜ਼ ਹੁੰਦੇ ਜਾ ਰਹੇ ਨੇ। ਸੋ ਇਹ ਪ੍ਰੋਗਰਾਮ ਦੀ ਆਊਟਪੁੱਟ ਹੈ। ਸੋ ਇਸੇ ਤਰੀਕੇ ਨਾਲ ਆਪਾਂ ਗੱਲ ਕਰਨ ਲੱਗੇ ਹਾਂ ਨੈਕਸਟ ਪੇਜ ਦੇ ਉੱਤੇ ਪੈਰਾਗ੍ਰਾਫ ਟੈਗ ਦੀ। ਪੈਰਾਗ੍ਰਾਫ ਟੈਗ ਕੀ ਹੁੰਦਾ, ਯਾਨੀ ਕਿ ਆਪਾਂ ਕੋਈ ਵੀ HTML ਲੈਂਗੁਏਜ ਦੇ ਵਿੱਚ ਕੋਈ ਪੈਰਾ ਲਿਖਣਾ, ਕੁਛ ਲਾਈਨਾਂ ਦੇਣੀਆਂ ਨੇ, ਮਤਲਬ ਕੁਛ ਕੰਟੈਂਟ ਦੇਣਾ, ਤਾਂ ਉਸ ਵਾਸਤੇ ਆਪਾਂ ਕਿਹੜਾ ਯੂਜ਼ ਕਰਾਂਗੇ, ਪੈਰਾਗ੍ਰਾਫ ਟੈਗ ਯੂਜ਼ ਕਰਾਂਗੇ। ਦਿਸ ਟੈਗ ਇਜ਼ ਯੂਜ਼ ਟੂ ਡਿਫਾਈਨ ਏ ਪੈਰਾਗ੍ਰਾਫ। ਇਸ ਟੈਗ ਨੂੰ ਯੂਜ਼ ਕੀਤਾ ਜਾਂਦਾ ਕਾਹਦੇ ਵਾਸਤੇ, ਪੈਰਾਗ੍ਰਾਫ ਨੂੰ ਡਿਫਾਈਨ ਕਰਨ ਲਈ। ਦ ਪੈਰਾਗ੍ਰਾਫ ਬਿਗਨ ਵਿਦ P, ਯਾਨੀ ਕਿ ਕਿਹਦੇ ਦੁਆਰਾ ਸਟਾਰਟ ਹੋਊਗਾ, ਇਹ P ਦੁਆਰਾ ਸਟਾਰਟ ਕੀਤਾ ਜਾਊਗਾ। ਐਂਡ ਦ ਐਂਡ ਆਫ ਦ ਪੈਰਾਗ੍ਰਾਫ ਇਜ਼ ਕਲੋਜ਼ ਵਿਦ /P, ਯਾਨੀ ਕਿ ਉਹਨੂੰ ਕਲੋਜ਼ ਵੀ ਕਿਵੇਂ ਕੀਤਾ, /P ਦੁਆਰਾ। ਯਾਨੀ ਕਿ ਜਿੱਥੇ ਤੁਸੀਂ ਨੇ ਕੋਈ ਪੈਰਾਗ੍ਰਾਫ ਦੇਣਾ ਉੱਥੇ ਤੁਸੀਂ ਅੱਗੇ ਸਟਾਰਟਿੰਗ ਤੋਂ ਕੀ ਕਰੋਗੇ, P ਤੋਂ ਸਟਾਰਟ ਕਰੋਗੇ, ਤਾਂ ਕਲੋਜ਼ ਵੀ ਕਿੱਥੇ ਜਾ ਕੇ ਕਰੋਗੇ, P 'ਤੇ ਹੀ। ਦ ਪੈਰਾਗ੍ਰਾਫ ਕੈਨ ਬੀ ਅਲਾਈਨ ਲੈਫਟ, ਰਾਈਟ, ਸੈਂਟਰ, ਜਸਟੀਫਾਈਡ, ਅਲਾਈਨ, ਐਟਰੀਬਿਊਟ, ਯਾਨੀ ਕਿ ਜੇ ਤੁਸੀਂ ਨੇ ਲੈਫਟ ਤੋਂ ਸਟਾਰਟ ਕਰਨਾ ਤਾਂ ਲੈਫਟ ਯੂਜ਼ ਕਰੋਗੇ, ਰਾਈਟ ਤੋਂ ਮਤਲਬ ਰਾਈਟ ਤੋਂ, ਯਾਨੀ ਕਿ ਕਹਿਣ ਦਾ ਮੀਨਿੰਗ ਪੈਰੇ ਦੀ ਕੋਈ ਵੀ ਫਾਰਮ ਹੈ ਜਿਹਦਾ ਬਿਲਕੁਲ ਲੈਫਟ ਤੋਂ ਕਰਨਾ ਤਾਂ ਇੱਥੋਂ ਸਟਾਰਟ ਹੋਊਗਾ, ਜੇ ਰਾਈਟ 'ਤੇ ਯਾਨੀ ਕਿ ਪਰਲੇ ਪਾਸੇ ਜਾਊਗਾ, ਜੇ ਸੈਂਟਰ 'ਚੋਂ ਕਰਨਾ ਚਾਹੁੰਦੇ ਹੋ ਸੈਂਟਰ 'ਚੋਂ ਕਰ ਸਕਦੇ ਹੋ, ਤੁਹਾਡੀ ਇੱਛਾ ਹੈ ਉਹ ਜਸਟੀਫਾਈ ਕਰਨਾ। ਦ ਪੈਰਾਗ੍ਰਾਫ ਟੈਗ ਆਰ ਕੈਰੀਜ਼ ਰਿਟਰਨ ਐਟ ਦ ਐਂਡ ਆਫ ਦ ਪੈਰਾਗ੍ਰਾਫ, ਕੀ ਰਿਟਰਨ ਕਰਦਾ ਐਟ ਦ ਐਂਡ, ਯਾਨੀ ਕਿ ਕੀ ਕਰਦਾ, ਹਰ ਇੱਕ ਪੈਰੇ ਦਾ ਇੱਕ ਅੰਤ ਹੁੰਦਾ, ਯਾਨੀ ਕਿ ਪੈਰੇ ਦੇ ਐਂਡ ਦੇ ਉੱਤੇ ਆਪਾਂ ਨੇ ਕਲੋਜ਼ ਕਰਨਾ ਹੀ ਕਰਨਾ ਉਹਨੂੰ। whenever the browser see the paragraph tag P, it insert a blank line, ਇਹ ਕੀ ਇਨਸਰਟ ਕਰਦਾ, ਇੱਕ ਬਲੈਂਕ ਲਾਈਨ ਇਨਸਰਟ ਕਰਦਾ, ਐਂਡ ਸਟਾਰਟ ਏ ਨਿਊ ਪੈਰਾਗ੍ਰਾਫ। ਤਾਂ ਯਾਨੀ ਕਿ ਉੱਥੇ ਤੋਂ ਉਦੋਂ ਪਤਾ ਚੱਲ, ਜਦੋਂ ਬਲੈਂਕ ਲਾਈਨ ਇਨਸਰਟ ਹੋ ਗਈ ਤਾਂ ਕੀ ਹੋਊਗਾ, ਨੈਕਸਟ ਪੈਰਾਗ੍ਰਾਫ ਸਟਾਰਟ ਹੋ ਜਾਊਗਾ। ਵੀ ਯੂਜ਼ ਅਲਾਈਨ ਐਟਰੀਬਿਊਟ, ਇਹਦੇ ਵਾਸਤੇ ਆਪਾਂ ਯੂਜ਼ ਕਰਦੇ ਹਾਂ ਅਲਾਈਨ ਐਟਰੀਬਿਊਟ, ਯਾਨੀ ਕਿ ਇੱਕ ਨੈਕਸਟ ਲਾਈਨ ਸਟਾਰਟ ਕਰਨ ਲਈ। ਸੋ ਤੁਹਾਨੂੰ HTML ਟੈਗ ਦਿਖਾਏ ਗਏ ਨੇ, ਇਹਨੂੰ ਯੂਜ਼ ਕਰਨ ਦਾ ਮੈਥਡ ਕੀ ਹੈ, P ਅਲਾਈਨ ਇਕੁਅਲ ਟੂ ਰਾਈਟ, ਯਾਨੀ ਕਿ ਰਾਈਟ ਤੋਂ ਆਪਾਂ ਸਟਾਰਟ ਕਰਨਾ ਚਾਹੁੰਦੇ ਹਾਂ, ਟੈਕਸਟ ਆ ਜਾਊਗਾ ਜੋ ਦੇਵੋਗੇ, ਠੀਕ ਹੈ, P ਕਲੋਜ਼ ਹੋ ਜਾਊਗਾ। ਇਸੇ ਤਰੀਕੇ ਨਾਲ ਜੇ ਸੈਂਟਰ 'ਚ ਕਰਨਾ ਚਾਹੁੰਦੇ ਹੋ ਤਾਂ ਸੈਂਟਰ 'ਚ ਹੋ ਜਾਊਗਾ, ਲੈਫਟ 'ਚ ਕਰਨਾ ਚਾਹੁੰਦੇ ਲੈਫਟ 'ਚ ਹੋ ਜਾਊਗਾ। ਜੇ ਜਸਟੀਫਾਈ, ਯਾਨੀ ਜਸਟੀਫਾਈ ਦਾ ਮਤਲਬ ਕੀ ਹੈ, ਕਹਿੰਦਾ ਅਲਾਈਨ ਟੈਕਸਟ ਫਰੋਮ ਬੋਥ ਲੈਫਟ ਐਂਡ ਰਾਈਟ ਮਾਰਜਨ, ਜਿਹਨੂੰ ਮਤਲਬ ਕਿ ਦੋਨਾਂ ਨੂੰ ਬਰਾਬਰ ਮਾਰਜਨ ਛੱਡਣਾ, ਲੈਫਟ ਤੋਂ ਵੀ ਐਂਡ ਰਾਈਟ ਤੋਂ ਵੀ, ਤਾਂ ਉਹਦੇ ਵਾਸਤੇ ਆਪਾਂ ਕਿਹੜਾ ਯੂਜ਼ ਕਰਦੇ ਹਾਂ, ਜਸਟੀਫਾਈ। ਸੋ ਉਸ ਤੋਂ ਬਾਅਦ ਤੁਹਾਨੂੰ ਇੱਕ ਐਗਜ਼ਾਮਪਲ ਵੀ ਦਿੱਤੀ ਹੋਈ ਹੈ, ਤੁਸੀਂ ਚੈੱਕ ਕਰ ਸਕਦੇ ਹੋ, ਠੀਕ ਹੈ। ਇਹਦੇ ਵਿੱਚ ਤਿੰਨ ਯੂਜ਼ ਕੀਤੇ ਹੋਏ ਨੇ, ਲੈਫਟ ਵਾਲਾ ਵੀ ਯੂਜ਼ ਕੀਤਾ ਹੋਇਆ, ਰਾਈਟ ਵਾਲਾ ਵੀ ਯੂਜ਼ ਕੀਤਾ ਹੈ, ਅਤੇ ਮਤਲਬ ਸੈਂਟਰ ਵਾਲਾ ਵੀ ਯੂਜ਼ ਕੀਤਾ। ਲਾਈਨਾਂ ਤੁਸੀਂ ਕੰਟੈਂਟ ਕੁਛ ਮਰਜ਼ੀ ਦੇ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈਗੀ, ਬਾਕੀ ਚੀਜ਼ ਸੇਮ ਹੀ ਰਹੂ। ਹੁਣ ਤਾਂ ਇਹਦੀ ਇਨਪੁੱਟ ਅਤੇ ਆਊਟਪੁੱਟ ਦਾ ਫਰਕ ਦੇਖੋ ਕੀ ਹੈ, ਲੈਫਟ ਵਾਲੇ ਦਾ ਲੈਫਟ ਤੋਂ ਹੋ ਰਿਹਾ, ਸੈਂਟਰ ਵਾਲੀ ਜਿਹੜੀ ਲਾਈਨ 'ਤੇ ਅਪਲਾਈ ਕੀਤਾ ਉਹ ਸੈਂਟਰ 'ਚ ਜਾ ਰਹੀ ਹੈ, ਅਤੇ ਜਿਹੜੀ ਆਹ ਹੋ ਰਹੀ ਹੈ ਇਹ ਦੋਨੋਂ ਮਾਰਜਨ ਸੈੱਟ ਕਰ ਰਹੀ ਹੈ, ਯਾਨੀ ਲੈਫਟ ਵਾਲਾ ਵੀ ਕਰ ਰਹੀ ਹੈ, ਰਾਈਟ ਵਾਲਾ ਵੀ ਬਰਾਬਰ ਕਰ ਰਹੀ ਹੈ, ਯਾਨੀ ਦੋਨੋਂ ਸੇਮ ਮਾਰਜਨ ਸੈੱਟ ਕੀਤੇ ਜਾ ਰਹੇ ਨੇ ਇਸ ਦੇ ਅੰਦਰ। ਸੋ ਲਾਈਨ ਬ੍ਰੇਕ ਵਾਸਤੇ, ਲਾਈਨ ਬ੍ਰੇਕ ਹੁੰਦਾ ਲਾਈਨ ਨੂੰ ਐਂਡ ਕਰਨਾ, ਤਾਂ ਉਸ ਵਾਸਤੇ ਆਪਾਂ ਟੈਗ ਯੂਜ਼ ਕਰਨਾ BR ਟੈਗ। ਦ BR ਟੈਗ ਇਜ਼ ਯੂਜ਼ ਟੂ ਇਨਸਰਟ ਏ ਲਾਈਨ ਇਨ ਲਾਈਨ ਬ੍ਰੇਕ, ਯਾਨੀ ਇਨਸਰਟ ਲਾਈਨ ਬ੍ਰੇਕ ਮਤਲਬ ਕਿਸੇ ਲਾਈਨ ਦਾ ਅੰਤ ਕਰਨਾ, ਐਂਡ ਕਰਨਾ। ਦਿਸ ਇਜ਼ ਐਮਪਟੀ ਟੈਗ, ਇਹ ਵੀ ਕੀ ਇੱਕ ਐਮਪਟੀ ਟੈਗ ਹੈ, ਯਾਨੀ ਕਿ ਇਹਨੂੰ ਕਲੋਜ਼ ਕਰਨ ਦੀ ਜ਼ਰੂਰਤ ਨਹੀਂ ਹੈਗੀ। ਡਜ਼ ਨੋਟ ਰਿਕੁਆਇਰ ਦਾ ਕਲੋਜ਼ਿੰਗ ਟੈਗ, ਯਾਨੀ ਕੀ ਜ਼ਰੂਰਤ ਨਹੀਂ ਹੈ ਕਲੋਜ਼ਿੰਗ ਟੈਗ ਦੀ, ਤਾਂ ਇਹਦੇ ਜਿਹੜਾ ਕੰਟੈਂਟ ਉਹਦੇ ਵਾਸਤੇ ਆਪਾਂ BR ਯੂਜ਼ ਕਰਾਂਗੇ। ਸੈਂਟਰ ਟੈਕਸਟ ਟੈਗ, ਸੈਂਟਰ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਵੀ ਸੈਂਟਰ ਟੈਗ ਟੈਕਸਟ ਇਜ਼ ਯੂਜ਼ ਟੂ ਪਲੇਸ ਦ ਟੈਕਸਟ ਇਨ ਦਾ ਸੈਂਟਰ, ਯਾਨੀ ਕਿ ਟੈਕਸਟ ਨੂੰ ਸੈਂਟਰ ਦੇ ਵਿੱਚ ਪਲੇਸ ਕਰਨ ਲਈ ਆਪਾਂ ਯੂਜ਼ ਕਰਦੇ ਹਾਂ ਸੈਂਟਰ ਟੈਕਸਟ। ਸੈਂਟਰ ਟੈਕਸਟ ਦਾ ਜਿਹੜੀ ਸਟਾਰਟਿੰਗ ਹੈ ਉਹ ਐਵੇਂ ਹੋਊਗੀ ਅਤੇ ਟੈਕਸਟ ਤੋਂ ਬਾਅਦ ਕਲੋਜ਼ ਹੋਊਗਾ, ਠੀਕ ਹੈ। ਹੌਰੀਜੈਂਟਲ ਰੂਲ ਟੈਗ, ਯਾਨੀ ਕਿ HR, ਇਹਦੇ ਵਾਸਤੇ ਯੂਜ਼ ਕੀਤਾ ਜਾਊਗਾ ਹੌਰੀਜੈਂਟਲ ਮਤਲਬ ਜਿਹੜਾ ਤੁਹਾਡਾ ਕੰਟੈਂਟ ਹੈ, ਜੇ ਤੁਸੀਂ ਦੇਖਣਾ ਚਾਹੋ ਤਾਂ ਮੈਂ ਤੁਹਾਨੂੰ ਆਊਟਪੁੱਟ ਦਿਖਾ ਦੂੰਗਾ, ਜਿਵੇਂ ਆਹ ਚੀਜ਼ਾਂ ਪਾਈਆਂ ਹੋਈਆਂ ਨੇ, ਇੱਕ ਲਾਈਨ ਲੈਣੀ, ਜਿਵੇਂ ਆਪਾਂ ਕਹਿ ਸਕਦੇ ਹਾਂ ਹੌਰੀਜੈਂਟਲ ਲਾਈਨ ਸੈੱਟ ਕਰਨੀ ਹੈ, ਸ਼ੇਪ ਦੇਣੀ ਹੈ, ਕੁਛ ਵੀ, ਤਾਂ ਸ਼ੈਡੋ ਦੇਣੀ ਹੈ, ਇਹ ਚੀਜ਼ਾਂ ਯੂਜ਼ ਕਰਨ ਵਾਸਤੇ ਆਪਾਂ ਹੌਰੀਜੈਂਟਲ ਟੈਗ ਯੂਜ਼ ਕਰਾਂਗੇ। ਦਿਸ ਟੈਗ ਇਜ਼ ਯੂਜ਼ ਟੂ ਪ੍ਰੋਡਿਊਸ ਏ ਹੌਰੀਜੈਂਟਲ ਲਾਈਨ ਸਪਰੈਡ ਅਕਰੋਸ ਦਾ ਵਿਡਥ ਆਫ ਦਾ ਬਰਾਊਜ਼ਰ, ਯਾਨੀ ਆਪਾਂ ਕੀ ਯੂਜ਼ ਕਰਾਂਗੇ ਇਸ ਵਾਸਤੇ, ਆਪਾਂ ਹੌਰੀਜੈਂਟਲ ਲਾਈਨ ਸਪਰੈਡ ਕਰਨਾ ਚਾਹੁੰਦੇ ਹਾਂ, ਉਹਦੀ ਵਿਡਥ ਆਪਾਂ ਵਧਾ ਘਟਾ ਸਕਦੇ ਹਾਂ, ਉਹ ਸਾਡੇ 'ਤੇ ਡਿਪੈਂਡ ਹੈ।
ਦਿਸ ਇਜ਼ ਐਮਪਟੀ ਟੈਗ, ਇਹ ਵੀ ਕਿ ਇੱਕ ਐਮਪਟੀ ਟੈਗ ਹੈ ਜਿਹਨੂੰ HR ਦੁਆਰਾ ਯੂਜ਼ ਕੀਤਾ ਜਾਊਗਾ। ਇਹਦੀ ਵਿਡਥ ਸੈੱਟ ਕਰਨ ਵਾਸਤੇ ਤਾਂ ਸੈੱਟ ਦਾ ਵਿਡਥ ਆਫ ਦਾ ਰੂਲ ਕੈਨ ਬੀ ਸੈਂਟ ਟੂ ਦਾ ਫਿਕਸ ਨੰਬਰ ਆਫ ਏ ਪਿਕਸਲ ਔਰ ਪਰਸੈਂਟੇਜ ਆਫ ਅਵੇਲੇਬਲ ਸਕਰੀਨ ਵਿਡਥ, ਯਾਨੀ ਕਿ ਜੇ ਤੁਸੀਂ ਅਕੋਰਡਿੰਗ ਟੂ ਜਿੰਨਾ ਵੀ ਤੁਸੀਂ ਯੂਜ਼ ਕਰਨਾ ਹੈ ਉਹਨੂੰ ਫਿਕਸ ਲੈਂਥ ਦਓਗੇ, ਫਿਕਸ ਲੈਂਥ ਕ੍ਰੀਏਟ ਕਰੋਗੇ, ਜਿੱਦਾਂ ਕਿ ਆਪਾਂ ਅੱਗੇ ਐਗਜ਼ਾਮਪਲ ਦੇ ਵਿੱਚ ਦੱਸਾਂਗੇ। ਨੋ ਸ਼ੇਡ ਕ੍ਰੀਏਟ ਏ ਸੋਲਿਡ ਬਾਰ ਵਿਦ ਨੋ ਸ਼ੇਡਿੰਗ, ਇੱਕ ਸੋਲਿਡ ਬਾਰ ਤਾਂ ਆਊਗਾ, ਯਾਨੀ ਇੱਕ ਲਾਈਨ ਤਾਂ ਵੱਡੀ ਵੱਡੀ ਆਊਗੀ ਪਰ ਉਹਦੇ ਕੋਈ ਵੀ ਸ਼ੇਡ ਨਹੀਂ ਹੋਊਗੀ। ਅਲਾਈਨ, ਇਹ ਤੁਹਾਡਾ ਉਹ ਪਿੱਛੇ ਵਾਲਾ ਆ ਗਿਆ ਵੀ ਜਿਵੇਂ ਤੁਸੀਂ ਲੈਫਟ 'ਤੇ ਕਰਨਾ ਚਾਹੁੰਦੇ ਹੋ ਜਾਂ ਰਾਈਟ 'ਤੇ ਕਰਨਾ ਚਾਹੁੰਦੇ ਹੋ, ਕਿੱਥੇ ਵੀ ਕਰਨਾ ਚਾਹੁੰਦੇ ਹੋ। ਸੋ ਆਪਾਂ ਵੀ ਕੈਨ ਯੂਜ਼ ਦਾ ਦਿਸ ਟੈਗ। ਸੋ ਆਫਟਰ ਦੈਟ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ, ਮੈਂ ਉਸ ਤੋਂ ਬਾਅਦ ਤੁਹਾਨੂੰ ਇੱਕ ਐਗਜ਼ਾਮਪਲ ਦੇਣ ਜਾ ਰਿਹਾ। ਸੋ ਇਸ ਐਗਜ਼ਾਮਪਲ ਦਾ ਧਿਆਨ ਰੱਖਿਓ, ਉਹਦੇ ਵਿੱਚ ਕੀ ਕਹਿ ਰਿਹਾ ਉਹ, ਕੀ ਕਹਿੰਦਾ ਹੈ, ਜਿੰਨੇ ਵੀ ਉਹਦੇ ਵਿੱਚ ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਉਹ ਸੇਮ ਪ੍ਰੋਸੀਜਰ ਰਹਿਣਾ HTML ਦਾ, ਯਾਨੀ HTML, ਠੀਕ ਹੈ। ਉਸ ਤੋਂ ਬਾਅਦ ਹੈਡ ਹੋਰੀਜੈਂਟਲ, ਉਸ ਤੋਂ ਬਾਅਦ ਬੋਡੀ। ਤਾਂ ਤੁਸੀਂ ਦੇਖੋ HR ਟੈਗ ਅਪਲਾਈ ਕੀਤਾ ਹੋਇਆ ਉਹਨਾਂ ਨੇ ਅਗੇਨ ਐਂਡ ਅਗੇਨ, ਠੀਕ ਹੈ। BR ਟੈਗ ਵੀ ਕੀਤਾ ਹੈ, ਅਤੇ ਜਿੱਥੇ ਆ ਦੇਖੋ ਸਾਈਜ਼ ਦੀ ਗੱਲ ਹੋਈ ਹੈ, ਇੱਥੇ 36 ਸਾਈਜ਼ ਰੱਖਿਆ ਗਿਆ, ਠੀਕ ਹੈ। ਇੱਥੇ ਨੋ ਸ਼ੇਡ ਯੂਜ਼ ਕੀਤਾ ਗਿਆ, ਅਗਲੇ ਦੇ ਵਿੱਚ 50% ਨੋ ਸ਼ੇਡ ਵਿਡਥ, ਯਾਨੀ ਕਿ ਉੱਥੇ ਵਿਡਥ ਵੀ ਸੈੱਟ ਕੀਤੀ ਗਈ ਹੈ। ਤਾਂ ਇਹਦੀ ਆਊਟਪੁੱਟ ਚੈੱਕ ਕਰੋ, ਆਊਟਪੁੱਟ ਦੇ ਵਿੱਚ ਫਰਕ ਕੀ ਆ ਰਿਹਾ। ਪਹਿਲੀਆਂ ਲਾਈਨਾਂ ਸਿੰਪਲ ਨੇ, ਸੈਕਿੰਡ ਵੀ ਆ ਰਹੀ। ਹੋਰੀਜੈਂਟਲ ਤੋਂ ਬਾਅਦ ਦੇਖੋ ਕਿੱਡੀ ਵੱਡੀ ਸਪੇਸ ਆ ਰਹੀ ਹੈ, ਇਹਦੇ 'ਚ ਕੋਈ ਸ਼ੇਡ ਨਹੀਂ ਹੈਗੀ। ਆਹ ਲਾਈਨ ਦੇ ਉੱਤੇ ਧਿਆਨ ਰੱਖਿਓ, ਇਹ ਲਾਈਨ ਹੈ ਬਹੁਤ ਵੱਡੀ ਲੇਕਿਨ ਕੋਈ ਸ਼ੇਡ ਨਹੀਂ ਹੈਗੀ। ਉਸ ਤੋਂ ਬਾਅਦ ਇਹਦੇ ਉੱਤੇ ਸ਼ੇਡ ਅਪਲਾਈ ਕੀਤੀ ਹੋਈ ਹੈ ਇਹਨਾਂ ਦੇ ਉੱਤੇ। ਤਾਂ ਇਹ ਸੈਂਟਰ ਵਾਲਾ ਵੀ ਯੂਜ਼ ਕੀਤਾ ਹੋਇਆ, ਯਾਨੀ ਕਿ ਤੁਹਾਡਾ ਕੰਟੈਂਟ ਕਿਹਦੇ ਵਿੱਚ ਆ ਰਿਹਾ, ਸੈਂਟਰ ਦੇ ਵਿੱਚ ਆ ਰਿਹਾ। ਇਸ ਤੋਂ ਬਾਅਦ ਆਪਾਂ ਜੋ ਨੈਕਸਟ ਗੱਲ ਕਰਨ ਜਾ ਰਹੇ ਹਾਂ, ਟੈਕਸਟ ਸਟਾਈਲ ਦੀ ਗੱਲ ਕਰਨ ਜਾ ਰਹੇ ਹਾਂ। ਟੈਕਸਟ ਸਟਾਈਲ ਮਤਲਬ ਜਿਵੇਂ ਹੁਣ ਤੁਸੀਂ ਅਲੱਗ-ਅਲੱਗ ਸਟਾਈਲ ਅਪਲਾਈ ਕਰਨਾ ਚਾਹੁੰਦੇ ਹੋ, ਜਿਵੇਂ ਕਿ ਬੋਲਡ ਹੁੰਦਾ ਹੈ, ਇਟੈਲਿਕ ਹੁੰਦਾ ਹੈ, ਅੰਡਰਲਾਈਨ ਹੁੰਦਾ ਹੈ, ਠੀਕ ਹੈ, ਟਾਈਪਰਾਈਟਰ ਹੁੰਦਾ ਹੈ, ਸਬਸਕ੍ਰਿਪਟ ਹੁੰਦਾ ਹੈ, ਜਾਂ ਮਤਲਬ ਕਿ ਸਟ੍ਰਾਈਕ ਹੁੰਦਾ ਹੈ। ਇਹ ਸਾਰੇ ਤੁਸੀਂ ਯੂਜ਼ ਕਰ ਸਕਦੇ ਹੋ, ਜਿਵੇਂ ਕਿ ਤੁਸੀਂ MS ਵਰਡ ਦੇ ਵਿੱਚ ਵੀ ਯੂਜ਼ ਕਰਦੇ ਹੋ। ਤਾਂ ਤੁਸੀਂ ਇਹ ਚੀਜ਼ਾਂ ਆਪਣੇ ਪੇਜ ਦੇ ਵਿੱਚ ਵੀ ਅਪਲਾਈ ਕਰ ਸਕਦੇ ਹੋ। ਤਾਂ ਇਹਦੇ ਵਾਸਤੇ ਕਿਹੜੇ ਟੈਗ ਯੂਜ਼ ਹੋ ਰਹੇ ਨੇ ਉਹਨਾਂ ਦੀ ਇੱਕ ਆਪਾਂ ਸੀਰੀਅਲ ਬਣਾਇਆ ਹੋਇਆ, ਚੈੱਕ ਕਰ ਸਕਦੇ ਹੋ। ਸਭ ਤੋਂ ਪਹਿਲਾਂ B ਫੋਰ ਬੋਲਡ, ਫਿਰ ਇਟੈਲਿਕ, ਫਿਰ U, ਫਿਰ ਅੰਡਰਲਾਈਨ, T ਯੂਜ਼ ਕਰੋਗੇ ਤਾਂ ਇਹਦਾ ਮੀਨਿੰਗ ਬਣਦਾ ਟਾਈਪਰਾਈਟਰ ਟੈਕਸਟ। SQ ਵੀ ਯੂਜ਼ ਕਰੋਗੇ ਤਾਂ ਸਬਸਕ੍ਰਿਪਟ ਟੈਕਸਟ, ਯਾਨੀ ਕਿ ਲਾਈਕ X ਕਿਊਬ, ਜਿਵੇਂ ਆਪਾਂ ਸਕੇਅਰਿੰਗ ਫਾਰਮ 'ਚ ਕੋਈ ਚੀਜ਼ ਲੈਣੀ ਹੈ। ਜੇ ਆਪਾਂ ਨੇ ਉਹਦੇ ਬੇਸ ਦੇ ਅਕੋਰਡਿੰਗ ਲੈਣੀ ਹੈ ਤਾਂ ਸਬ ਯੂਜ਼ ਕਰਾਂਗੇ, ਸਬਸਕ੍ਰਿਪਟ ਟੈਕਸਟ ਲਾਈਕ H2। ਸਟ੍ਰਾਈਕ ਵਾਸਤੇ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਵੀ ਜਿਵੇਂ ABC ਪਾ ਕੇ ਆਪਾਂ ਉੱਪਰ ਲਾਈਨ ਮਾਰ ਦਿੰਦੇ ਹਾਂ ਤਾਂ ਉਸ ਦੇ ਅਕੋਰਡਿੰਗ ਸਟ੍ਰਾਈਕ ਯੂਜ਼ ਕਰਾਂਗੇ। ਸਮੋਲ ਦਾ ਮਤਲਬ ਕੀ ਹੈ, ਮੇਕ ਦਾ ਟੈਕਸਟ ਸਮਾਲਰ ਇਨ ਸਾਈਜ਼, ਜਿਹੜਾ ਤੁਹਾਡਾ ਟੈਕਸਟ ਹੈ ਕਿਹਦੇ ਵਿੱਚ ਆਵੇ, ਸਮੋਲਰ ਸਾਈਜ਼ ਦੇ ਵਿੱਚ ਆਵੇ। ਬਿਗ ਦਾ ਮਤਲਬ ਲਾਰਜ ਸਾਈਜ਼ 'ਚ ਆਵੇ। ਬਲਿੰਕ ਦਾ ਮਤਲਬ ਕੀ ਹੁੰਦਾ ਹੈ, ਬਲਿੰਕਿੰਗ ਟੈਕਸਟ ਬਲਿੰਕ ਫੀਚਰ ਇਜ਼ ਨਾਟ ਅਵੇਲੇਬਲ ਔਨ ਇੰਟਰਨੈਟ, ਯਾਨੀ ਕਿ ਵੈਸੇ ਫੀਚਰ ਕਿਹਦੇ ਉੱਤੇ ਅਵੇਲੇਬਲ ਨਹੀਂ ਹੁੰਦੀ, ਇੰਟਰਨੈਟ ਦੇ। ਬਲਿੰਕ ਦਾ ਮਤਲਬ ਹੁੰਦਾ ਜਿਵੇਂ ਆਪਾਂ ਬਲਿੰਕਿੰਗ ਸਿਸਟਮ ਯੂਜ਼ ਕਰਦੇ, ਜਿਵੇਂ ਆਪਾਂ ਆਪਣੇ ਹੱਥ ਨੂੰ ਕਹੀਏ ਬਲਿੰਕ ਕਰਨਾ, ਜਿਵੇਂ ਆਈਜ਼ ਹੁੰਦੀਆਂ ਨੇਗੀਆਂ, ਠੀਕ ਹੈ। ਤਾਂ ਉਸ ਵਾਸਤੇ ਬਲਿੰਕਿੰਗ ਟੈਗ ਯੂਜ਼ ਕੀਤਾ ਜਾਂਦਾ ਹੈ। ਤਾਂ ਲਾਸਟ ਟੈਕਸਟ ਹੈ ਆਪਣਾ ਐਡਰੈਸ ਟੈਕਸਟ, ਇਹ ਕਾਹਦੇ ਵਾਸਤੇ ਯੂਜ਼ ਕੀਤਾ, ਦਿਸ ਟੈਗ ਇਜ਼ ਯੂਜ਼ ਟੂ ਰਾਈਟ ਐਡਰੈਸ ਐਂਡ ਕੰਟੈਂਟ ਇਨਫੋਰਮੇਸ਼ਨ ਇਨ ਦਾ ਡਾਕੂਮੈਂਟ, ਯਾਨੀ ਕਿ ਆਪਾਂ ਐਡਰੈਸ ਲੋਕੇਟ ਕਰਨ ਵਾਸਤੇ ਅਤੇ ਉਹਦੀ ਇਨਫੋਰਮੇਸ਼ਨ ਦੇਣ ਵਾਸਤੇ ਆਪਾਂ ਯੂਜ਼ ਕਰਦੇ ਹਾਂ ਐਡਰੈਸ ਟੈਕਸਟ। ਤਾਂ ਇਹ ਟੈਗ ਸਾਰੇ ਅਪਲਾਈ ਕੀਤੇ ਹੋਏ ਨੇ, ਤਾਂ ਇਹਨਾਂ ਦੀ ਆਊਟਪੁੱਟ ਵੀ ਚੈੱਕ ਕਰ ਸਕਦੇ ਹੋ। ਦੇਖੋ ਇੱਥੇ ਸਭ ਤੋਂ ਪਹਿਲਾਂ I ਯੂਜ਼ ਕੀਤਾ, ਫਿਰ ਬੋਲਡ, ਫਿਰ ਅੰਡਰਲਾਈਨ, ਫਿਰ ਸਟ੍ਰਾਈਕ, ਫਿਰ ਸਬਸਕ੍ਰਿਪਟ ਵਾਲੇ ਜਿਹੜੇ ਯੂਜ਼ ਕੀਤੇ ਨੇ। ਤਾਂ ਚੈੱਕ ਕਰੋ ਸੇਮ ਐਜ਼ ਤੁਹਾਡਾ ਜਿਹੜਾ ਪੇਜ ਕੰਪਲੀਟ ਹੁੰਦਾ ਤਾਂ ਉਹਦੇ ਵਾਸਤੇ ਤੁਹਾਨੂੰ ਆਊਟਪੁੱਟ ਕੀ ਮਿਲਦੀ ਹੈ। ਤਾਂ ਸਕਰੀਨ ਦੇ ਉੱਤੇ ਚੈੱਕ ਕਰੋਗੇ ਤੁਹਾਡੀ ਆਊਟਪੁੱਟ ਮਿਲ ਰਹੀ ਹੈ ਇਟੈਲਿਕ ਬੈਗ, ਜਿਵੇਂ ਆਪਾਂ ਤੁਹਾਡਾ ਸਾਰਾ ਕੰਟੈਂਟ ਰਿਪਰਜੈਂਟ ਹੋ ਰਿਹਾ ਸਕਰੀਨ ਦੇ ਉੱਤੇ, ਠੀਕ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ, ਆਪਾਂ ਜੋ ਵੀ ਆਪਣੇ ਸਿਲੇਬਸ ਦੇ ਅਕੋਰਡਿੰਗ ਇਹ ਸਾਰਾ ਕਰਾਂਗੇ, ਠੀਕ ਹੈ ਜੀ। ਸੋ ਨੈਕਸਟ ਪਾਰਟ ਹੈ ਜੀ ਆਪਣਾ ਟੈਕਸਟ ਫਾਰਮੈਟਿੰਗ। ਟੈਕਸਟ ਫਾਰਮੈਟਿੰਗ ਕੀ ਚੀज़ है ना, ऑल टैग विच हैव द डिस्कस इन द आर्टिकल टैक्स स्टाइल, ਜਿਹੜਾ ਆਪਾਂ ਕਿੱਥੇ ਡਿਸਕਸ ਕਰਕੇ ਆਏ ਹਾਂ, ਪਿੱਛੇ ਡਿਸਕਸ ਕਰਕੇ ਆਏ ਹਾਂ, ਆਰਟੀਕਲ ਟੈਕਸ ਸਟਾਈਲ 'ਚ ਕਰਕੇ ਆਏ ਹਾਂ। ਆਲਸੋ ਯੂਜ਼ ਟੂ ਟੈਕਸਟ ਫਾਰਮੈਟਿੰਗ, ਉਹਨਾਂ ਨੂੰ ਕਿਹਦੇ ਰੂਪ 'ਚ ਯੂਜ਼ ਕੀਤਾ ਜਾ ਸਕਦਾ, ਫਾਰਮੈਟਿੰਗ ਰੂਪ 'ਚ ਵੀ ਯੂਜ਼ ਕੀਤਾ ਜਾ ਸਕਦਾ ਹੈ। ਲੈਟ ਅਸ ਕੰਸੀਡਰ, ਉਹਨੇ ਦੱਸਿਆ ਹੋਇਆ ਕਹਿੰਦਾ ਬੇਸ ਫੌਂਟ ਦੀ ਗੱਲ ਕਰਦਾ। ਬੇਸ ਫੌਂਟ ਜਿਵੇਂ ਆਪਾਂ ਲਿੱਤਾ ਉਹਨੂੰ ਫੌਂਟ ਯਾਨੀ ਕਿ ਫੌਂਟ ਯੂਜ਼ ਕਰਨਾ। ਬੇਸ ਫੌਂਟ ਕੀ ਚੀਜ਼ ਹੈ, ਟੈਗ ਕਹਿੰਦਾ ਇਹ ਕਾਮਨ ਫੌਂਟ ਸਾਈਜ਼ ਕਾਲਡ ਬੇਸ ਫੌਂਟ, ਕਾਮਨ ਫੌਂਟ ਸਾਈਜ਼ ਇਜ਼ ਕਾਲਡ ਬੇਸ ਫੌਂਟ ਫॉर द इंटायर टैक्स, ਕਾਹਦੇ ਵਾਸਤੇ, ਇੰਟਾਇਰ ਟੈਕਸ ਯੂਜ਼ ਕਰਨ ਵਾਸਤੇ। ਆਫ ਏ ਪੇਜ ਕੈਨ ਬੀ ਸੈੱਟ ਵਿਦ ਇਨ ਦਾ ਬੇਸ ਫੌਂਟ ਟੈਗ, ਉਹਨੂੰ ਕਿਹਦੇ ਦੁਆਰਾ ਸੈੱਟ ਕੀਤਾ ਜਾਂਦਾ, ਬੇਸ ਫੌਂਟ ਟੈਗ ਦੁਆਰਾ, ਜਿਹਦੇ ਵਿੱਚ ਕੀ ਆਉਂਦਾ ਬੇਸ ਫੌਂਟ n, ਬੇਸ ਫੌਂਟ ਸਾਈਜ਼ ਇਕੁਅਲ ਟੂ n, ਯਾਨੀ n ਨੰਬਰ ਹੈ ਕੋਈ ਦੇ ਸਕਦੇ ਹੋ ਜਿਹੜਾ ਤੁਸੀਂ ਦੇਣਾ ਚਾਹੋ। ਵੇਅਰ n ਇਜ਼ ਏ ਨੰਬਰ 1 to 7, ਦ ਡਿਫਾਲਟ ਵੈਲਿਊ ਫॉर ਏ n ਇਜ਼ 3। ਐਂਡਿੰਗ ਟੈਗ, ਇਹਨੂੰ ਐਂਡ ਕਰਨ ਵਾਸਤੇ ਵੀ ਸੇਮ ਐਜ਼ ਉਵੇਂ ਕਲੋਜ਼ ਕੀਤਾ ਜਾਊਗਾ, ਯਾਨੀ ਕਿ ਕੰਟੇਨਰ ਟੈਗ ਹੈ। ਯੂ ਮੇ ਆਲਸੋ ਯੂਜ਼ n plus n plus minus n to denote the relative of the base font value, ਯਾਨੀ ਕਿ ਇਹਨੂੰ ਆਪਾਂ ਡਿਨੋਟ ਕੀਤਾ ਜਾ ਸਕਦਾ ਜੇ ਆਪਾਂ ਨੇ ਰਿਲੇਟਿਵ ਦੀ ਵੈਲਿਊ ਫਾਈਂਡ ਆਊਟ ਕਰਨੀ। ਬੇਸ ਫੌਂਟ ਸਾਈਜ਼
ਬੇਸ ਫੌਂਟ ਸਾਈਜ਼ +1 ਜਿਵੇਂ ਦਿੱਤਾ, ਇਹਦਾ ਮਤਲਬ ਕਿ ਸਾਈਜ਼ ਵਧਾਉਣਾ, ਜਿਵੇਂ ਆਪਾਂ ਇਨਕਰੀਜ਼ ਕਰਨਾ। ਟੈਲ ਦਾ ਵੈਬ ਬਰਾਊਜ਼ਰ ਟੂ ਡਿਸਪਲੇ ਦਾ ਟੈਕਸਟ 20% ਬਿਗਰ ਦੈਨ, ਵੀ ਜਿਹੜਾ ਉਹਦੇ ਨਾਲੋਂ ਕਿੰਨਾ ਵੱਧ ਹੋਣਾ ਚਾਹੀਦਾ, 20% ਜ਼ਿਆਦਾ ਹੋਣਾ ਚਾਹੀਦਾ ਕਿਹਦੇ ਨਾਲੋਂ, ਅਰਲੀਅਰ ਬੇਸ ਫੌਂਟ ਸਾਈਜ਼ ਨਾਲੋਂ। ਰਿਲੇਟਿਵ ਸਾਈਜ਼ +n -n ਆਰ ਨੋਟ ਰਿਕੋਗਨਾਈਜ਼ਡ ਬਾਈ ਦਾ ਇੰਟਰਨੈਟ, ਇਹ ਵੀ ਕਿਹਦੇ ਦੁਆਰਾ ਨਹੀਂ ਯੂਜ਼ ਕੀਤਾ ਜਾ ਸਕਦਾ, ਇੰਟਰਨੈਟ ਐਕਸਪਲੋਰਰ ਦੁਆਰਾ ਫਾਈਂਡ ਆਊਟ ਨਹੀਂ ਕੀਤਾ ਜਾ ਸਕਦਾ। ਇਸੇ ਤਰੀਕੇ ਨਾਲ ਅੱਗੇ ਗੱਲ ਕਰ ਰਿਹਾ, ਕਹਿੰਦਾ ਬੇਸ ਫੌਂਟ ਟੈਗ ਕੈਨ ਆਲਸੋ ਹੈਵ ਫੇਸ ਐਂਡ ਕਲਰ ਐਟਰੀਬਿਊਟ, ਉਹਨਾਂ ਦੇ ਕੀ ਹੁੰਦੇ ਨੇ, ਫੇਸ ਐਂਡ ਕਲਰ ਐਟਰੀਬਿਊਟ ਹੁੰਦੇ ਨੇ, ਲਾਈਕ ਦਾ ਫੌਂਟ ਟੈਗ ਵਿਚ ਵਿਲ ਬੀ ਡਿਸਕਸ ਇਨ ਦਾ ਨੈਕਸਟ ਆਰਟੀਕਲ, ਜੋ ਆਪਾਂ ਨੈਕਸਟ ਆਰਟੀਕਲ ਦੇ ਵਿੱਚ ਡਿਸਕਸ ਕਰਾਂਗੇ। ਸੋ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਹੋਈ ਹੈ, ਤੁਸੀਂ ਚੈੱਕ ਕਰੋ। ਸੋ ਇਸ ਐਗਜ਼ਾਮਪਲ ਦੇ ਅਕੋਰਡਿੰਗ ਦੇਖੋ ਸਾਰਾ ਕੁਝ ਉਵੇਂ ਹੀ ਹੈ। ਬੇਸ ਫੌਂਟ ਸਾਈਜ਼ ਦਿੱਤਾ ਹੈ 5, ਦਿਸ ਟੈਕਸ ਇਹ ਜਿਹੜਾ ਕੰਟੈਂਟ ਹੈ ਹੈਜ਼ ਬੀਨ ਫੌਂਟ ਸਾਈਜ਼ 5, ਉਹਦਾ ਸਾਈਜ਼ ਕਿੰਨਾ ਹੋਊਗਾ 5 ਹੋਊਗਾ, ਅਗਲੇ ਦਾ 7 ਹੈ, ਇਸੇ ਤਰੀਕੇ ਨਾਲ 2 ਹੈ। ਤਾਂ ਇਹਦੀ ਆਊਟਪੁੱਟ ਚੈੱਕ ਕਰੋ ਸਕਰੀਨ ਦੇ ਉੱਤੇ ਕੀ ਬਣ ਰਹੀ ਹੈ। ਤਾਂ ਸਾਈਜ਼ ਦੇ ਅਕੋਰਡਿੰਗ ਦੇਖੋਗੇ ਤੁਹਾਡਾ ਜਿਹੜੀ ਆਊਟਪੁੱਟ ਸਕਰੀਨ ਦੇ ਉੱਤੇ ਆ ਰਹੀ ਹੈ ਤਾਂ ਇਸ ਤਰੀਕੇ ਨਾਲ ਆ ਰਹੀ ਹੈ, ਯਾਨੀ ਕਿ ਜਿਹਦਾ ਫੌਂਟ ਸਭ ਤੋਂ ਵੱਡਾ ਹੈ ਤਾਂ ਉਹਦਾ ਸਾਈਜ਼ ਵੀ ਕੀ ਆ ਰਿਹਾ ਸਭ ਤੋਂ ਜ਼ਿਆਦਾ ਵੱਡਾ। ਠੀਕ ਹੈ। ਸੋ ਇਸ ਤੋਂ ਬਾਅਦ ਆਪਾਂ ਗੱਲ ਕਰਨ ਲੱਗੇ ਹਾਂ ਫੌਂਟ ਟੈਗ ਦੀ। ਫੌਂਟ ਟੈਗ ਕੀ ਹੈ, ਦਿਸ ਟੈਗ ਇਜ਼ ਯੂਜ਼ ਟੂ ਸੈੱਟ ਦਾ ਫੌਂਟ ਟੂ ਬੀ ਯੂਜ਼ ਟੂ ਡਿਸਪਲੇ ਦਾ ਟੈਕਸਟ, ਜਿਹੜਾ ਇਹ ਟੈਗ ਹੈ ਇਹਨੂੰ ਯੂਜ਼ ਕੀਤਾ ਜਾਂਦਾ ਕਾਹਦੇ ਲਈ, ਟੂ ਸੈੱਟ ਦਾ ਫੌਂਟ, ਟੂ ਸੈੱਟ ਦਾ ਫੌਂਟ ਟੂ ਬੀ ਯੂਜ਼ ਟੂ ਡਿਸਪਲੇ ਦਾ ਟੈਕਸਟ, ਕਾਹਦੇ ਵਾਸਤੇ, ਟੈਕਸਟ ਨੂੰ ਡਿਸਪਲੇ ਕਰਨ ਵਾਸਤੇ। ਦਾ ਟੈਗ ਇਜ਼ ਕਲੋਜ਼ ਵਿਦ /font, ਯਾਨੀ ਕਿਹਦੇ ਦੁਆਰਾ ਕਲੋਜ਼ ਕੀਤਾ ਜਾਊ, /font ਦੁਆਰਾ। ਦਾ ਟੈਗ ਐਟਰੀਬਿਊਟ ਸੈੱਟ ਦਾ ਫੌਂਟ ਸਾਈਜ਼ ਐਂਡ ਕਲਰ ਆਫ ਦਾ ਟੈਕਸਟ ਬਿਟਵੀਨ ਦੀਜ਼ ਟੈਗ, ਹੁਣ ਜੇ ਇਹਦੇ ਵਿੱਚ ਨਾਲ ਹੋਰ ਚੀਜ਼ਾਂ ਮੈਂਸ਼ਨ ਹੋ ਗਈਆਂ, ਯਾਨੀ ਕਲਰ ਵੀ ਆਊਗਾ ਸਾਈਜ਼ ਦੇ ਨਾਲ ਨਾਲ ਉਹਨਾਂ ਦਾ ਕਲਰ ਵੀ ਆਊਗਾ। ਦਾ ਫੇਸ ਐਟਰੀਬਿਊਟ ਸੈੱਟ the font to be used, the size attribute set its size and color attribute set its color, ਯਾਨੀ ਕਿ ਦੇਖੋ ਪਹਿਲਾਂ ਸਾਈਜ਼ ਦੀ ਗੱਲ ਕਰੂਗਾ, ਫਿਰ ਉਹਦੀ ਫੇਸ ਦੀ ਗੱਲ ਕਰੂਗਾ, ਲੁੱਕ ਦੀ ਗੱਲ ਕਰੂਗਾ। ਇਹਦੇ ਵਿੱਚ ਕੀ ਕੀਤਾ ਹੋਇਆ ਦੇਖੋ, ਪਹਿਲੇ ਦੇ ਵਿੱਚ ਯੂਜ਼ ਕੀਤਾ ਹੋਇਆ ਸਾਈਜ਼, ਫੌਂਟ ਸਾਈਜ਼ 4 ਰੱਖਿਆ ਇਹਦਾ, ਟੈਕਸਟ ਹੈਜ਼ ਫੌਂਟ ਸਾਈਜ਼ ਇਜ਼ 4, ਇਸੇ ਤਰੀਕੇ ਨਾਲ 1 ਰੱਖਿਆ ਹੋਇਆ। ਲੇਕਿਨ ਜਦੋਂ ਫੇਸ ਦੀ ਗੱਲ ਕਰ ਰਿਹਾ, ਟੂ ਚੇਂਜ ਦਾ ਫੌਂਟ ਫੇਸ ਐਟਰੀਬਿਊਟ ਯੂਜ਼, ਆਪਾਂ ਯੂਜ਼ ਕਰਦੇ ਹਾਂ ਫੇਸ। ਡਿਫਾਲਟ ਫੌਂਟ ਇਜ਼ ਟਾਈਮ ਨਿਊ ਰੋਮਨ, ਤਾਂ ਆਪਾਂ ਉੱਥੇ ਕਿਹੜੇ ਯੂਜ਼ ਕਰ, ਲੈਂਗੁਏਜ ਕਿਹੜੀ ਆਈ, ਯਾਨੀ ਕਿ ਫੌਂਟ ਜਿਹੜਾ ਆਪਾਂ ਕਹਿੰਦੇ ਹੁੰਦੇ ਆ ਅਲੱਗ-ਅਲੱਗ ਫੌਂਟ ਹੁੰਦੇ ਨੇ MS ਵਰਡ ਦੇ ਵਿੱਚ, ਜਿਵੇਂ ਕੈਲਬਰੀ ਹੋ ਗਿਆ, ਪੰਜਾਬੀ ਜਾਂ ਇੰਗਲਿਸ਼ ਜਾਂ ਬਹੁਤ ਸਾਰੇ ਅਲੱਗ-ਅਲੱਗ ਉਹਨਾਂ ਦੇ ਜਿਵੇਂ ਫਾਰਮੈਟ ਹੁੰਦੇ ਨੇ, ਫੇਸ ਹੁੰਦੇ ਨੇ ਉਹਨਾਂ ਦੇ, ਇਹ ਅਲੱਗ-ਅਲੱਗ ਤਰੀਕੇ ਦੇ ਨਾਲ ਤਾਂ ਆਪਾਂ ਯੂਜ਼ ਕਰਦੇ ਹਾਂ। ਫੇਸ ਐਟਰੀਬਿਊਟ ਕੈਨ ਬੀ ਲਿਸਟਡ 1 or more ਫੌਂਟ ਨੇਮ ਈਚ ਸੈਪਰੇਟਿਡ ਬਾਈ, ਉਹਨਾਂ ਨੂੰ ਸਾਰੇ ਅਲੱਗ-ਅਲੱਗ ਹੁੰਦੇ ਨੇ। ਹੁਣ ਇਹਦੇ ਵਿੱਚ ਗੱਲ ਕਰ ਰਿਹਾ, ਜਿਵੇਂ ਪਹਿਲਾਂ ਆਇਆ ਏਰੀਅਲ ਦਿੱਤਾ ਹੋਇਆ ਹੈ, ਹੈਵਲੇਟਿਕ ਦਿੱਤਾ ਹੋਇਆ ਹੈ, ਦੀਜ਼ ਟੈਕਸਟ ਵਿਲ ਬੀ ਡਿਸਪਲੇ ਐਨ ਏਰੀਅਲ ਐਂਡ ਹੈਵਲੇਟਿਕ ਫੌਂਟ, ਯਾਨੀ ਕਿ ਉਹਦੇ ਵਿੱਚ ਰਿਪਰਜੈਂਟ ਕੀਤਾ ਜਾਊਗਾ। ਯਾਨੀ ਕਿ ਮੇਰਾ ਕਹਿਣ ਦਾ ਮੀਨਿੰਗ ਕੀ ਹੈ, ਤੁਸੀਂ ਏਰੀਅਲ 'ਚ ਕਰੋ, ਕੈਲਬਰੀ 'ਚ ਕਰੋ, ਪੰਜਾਬੀ 'ਚ ਲੈ ਕੇ ਆਉਣਾ ਜਾਂ ਪੰਜਾਬੀ 'ਚ ਕਰੋ, ਇੰਗਲਿਸ਼ 'ਚ ਕਰੋ, ਜਿਹੜੀ ਮਰਜ਼ੀ, ਕਿਉਂਕਿ ਬਹੁਤ ਸਾਰੇ ਫੌਂਟ ਹੁੰਦੇ ਨੇਗੇ, ਮੈਕਸੀਮਮ ਤਾਂ ਤੁਸੀਂ MS ਵਰਡ ਦੇ ਵਿੱਚ ਯੂਜ਼ ਕਰ ਹੀ ਚੁੱਕੇ ਹੋ। ਅੱਗੇ ਕਲਰ ਦੀ ਗੱਲ ਆਉਂਦੀ ਹੈ, ਦਾ ਕਲਰ ਐਟਰੀਬਿਊਟ ਇਜ਼ ਯੂਜ਼ ਟੂ ਚੇਂਜ ਦਾ ਕਲਰ ਆਫ ਦਾ ਟੈਕਸਟ, ਇਹਨੂੰ ਯੂਜ਼ ਕੀਤਾ ਜਾਂਦਾ ਕਾਹਦੇ ਲਈ, ਕਲਰ ਆਫ ਟੈਕਸਟ ਯੂਜ਼ ਕਰਨ ਲਈ। ਦੇਅਰ ਆਰ 16 ਪ੍ਰੀ ਡਿਫਾਈਨਡ ਕਲਰ, ਇਹਦੇ ਵਿੱਚ 16 ਕਲਰ ਨੇ ਇਹਨਾਂ ਦੇ, ਜਿਨ੍ਹਾਂ ਦੇ ਮਤਲਬ ਉਹਨਾਂ ਦੇ ਵੀ ਮੀਨਿੰਗ ਹੈਗਾ, ਯਾਨੀ ਕਿ HTML ਦੇ ਵਿੱਚ 16 ਕਲਰਾਂ ਦਾ ਕੋਡ ਤੁਸੀਂ ਯੂਜ਼ ਕਰ ਸਕਦੇ ਹੋ, ਯਾਨੀ ਜਿਨ੍ਹਾਂ ਨੂੰ ਯੂਜ਼ ਕਰ ਸਕਦੇ ਹੋ, ਕੋਈ ਨਵਾਂ ਨਹੀਂ। ਨਵੇਂ ਵਾਸਤੇ ਆਪਾਂ ਨੂੰ ਕੀ ਯੂਜ਼ ਕਰਾਂਗੇ, ਕੋਡਿੰਗ ਯੂਜ਼ ਕਰਾਂਗੇ, ਤੁਹਾਨੂੰ ਅੱਗੇ ਦੱਸਾਂਗੇ ਉਹਨਾਂ ਬਾਰੇ। ਜਿਵੇਂ ਆਹ ਕਲਰ ਤੁਹਾਨੂੰ ਦਿਖਾਏ ਹੋਏ ਨੇ, ਇਹ 16 ਇਹ ਕਰਨ ਦਾ ਸਟਾਈਲ ਕੀ ਹੋਊਗਾ, ਸਟਾਰਟਿੰਗ ਫੌਂਟ ਕਲਰ ਇਕੁਅਲ ਟੂ ਗ੍ਰੀਨ, ਯਾਨੀ ਗ੍ਰੀਨ ਕਲਰ ਲੈ ਕੇ ਆਉਣਾ, ਟੈਕਸਟ ਜੋ ਦੋਗੇ, ਠੀਕ ਹੈ, ਫੌਂਟ ਕਲੋਜ਼ ਹੋ ਜਾਊਗਾ। ਤਾਂ ਇਸੇ ਤਰੀਕੇ ਨਾਲ ਤੁਸੀਂ ਸਾਰੀ ਦੀ ਇਨਪੁਟ ਦਿੱਤੀ ਜਾਊਗੀ, ਯਾਨੀ ਕਿ BG ਕਲਰ ਬੈਕਗਰਾਊਂਡ ਕਲਰ ਹੁੰਦਾ ਹੈ ਯੈਲੋ, ਯਾਨੀ ਕਿ ਜਿਹੜੀ ਬੈਕ ਸਕਰੀਨ ਉਹ ਸਾਰੀ ਕੀ ਹੋ ਜਾਊਗੀ, ਯੈਲੋ ਹੋ ਜਾਊਗੀ। ਇਸੇ ਤਰੀਕੇ ਨਾਲ ਤੁਸੀਂ ਨੇ ਅੱਗੇ ਆਪਣੇ ਫੌਂਟ ਪਾਏ, ਸਾਈਜ਼ ਪਾਏ ਉਹਨਾਂ ਦੇ, ਉਸ ਤੋਂ ਬਾਅਦ ਕੀ ਆਉਂਦਾ ਉਹਦਾ ਕਲਰ, ਜਿਹੜਾ ਫੌਂਟ ਦਾ ਸਾਈਜ਼ ਆ, ਉਹ ਜਿਹੜਾ ਫੌਂਟ ਦਾ ਸਾਈਜ਼ ਅਤੇ ਕਲਰ ਹੈ ਉਹ ਕਿਹੜਾ ਆਊਗਾ, ਗ੍ਰੀਨ ਆਊਗਾ। ਇਹ ਥੋੜੀ ਬਲੈਕ ਐਂਡ ਵਾਈਟ ਹੈ ਤੁਹਾਡੀ ਨੋਟਬੁੱਕ, ਇਸ ਕਰਕੇ ਸੇਮ ਹੀ ਆ ਰਿਹਾ। ਪਰ ਜੇ ਤੁਸੀਂ ਇਸ ਚੀਜ਼ ਨੂੰ ਘਰੇ ਆਪਣੇ ਯੂਜ਼ ਕਰਦੇ ਹੋ, ਆਪਣੇ ਕੰਪਿਊਟਰ 'ਚ ਇਸ ਚੀਜ਼ ਨੂੰ ਚਲਾ ਕੇ ਦੇਖਦੇ ਹੋ, ਤਾਂ ਤੁਸੀਂ ਈਜ਼ੀਲੀ ਸਮਝ ਪਾਓਗੇ ਵੀ ਇਹ ਚੀਜ਼ਾਂ ਹੈ ਕੀ ਨੇਗੀਆਂ। ਠੀਕ ਹੈ ਜੀ। ਪ੍ਰੀ ਫਾਰਮੈਟਡ ਟੈਗ ਕਿਹੜੇ ਹੁੰਦੇ ਨੇਗੇ, ਕਹਿੰਦੇ ਵੈਬ ਬਰਾਊਜ਼ਰ ਇਗਨੋਰ ਦਾ ਸਪੇਸ, ਯਾਨੀ ਕਿ ਸਪੇਸ ਤੁਸੀਂ ਯੂਜ਼ ਨਹੀਂ ਕਰਦੇ ਹੈਗੇ। ਲਾਈਨ ਇਜ਼ ਦਾ ਟੈਕਸਟ ਵਾਈਲ ਡਿਸਪਲੇ ਇਟ ਔਨ ਵੈਬ ਪੇਜ, ਯਾਨੀ ਕਿ ਆਪਾਂ ਕਹਿ ਸਕਦੇ ਹਾਂ, ਆਪਾਂ ਸਮ ਟਾਈਮ ਆਪਾਂ ਕੀ ਅਲਾਉ ਨਹੀਂ ਹੁੰਦਾ ਆਪਾਂ ਨੂੰ, ਜਿਹੜੇ ਆਪਾਂ ਵੈਬ ਪੇਜ ਕ੍ਰੀਏਟ ਕਰਦੇ ਹਾਂ ਉਹਨਾਂ ਦੇ ਵਿੱਚ ਬਲੈਂਕ ਸਪੇਸ ਮਤਲਬ ਅਲਾਉ ਨਹੀਂ ਹੁੰਦੀ। ਟੂ ਰਿਟੇਨ ਦਾ ਸਪੇਸਿੰਗ ਫੋਰ ਟੈਕਸਟ, ਸਪੇਸਿੰਗ ਆਫ ਟੈਕਸਟ, ਆਪਾਂ ਉਸ ਚੀਜ਼ ਨੂੰ ਮਤਲਬ ਕੀ ਕਰਨਾ, ਸਪੇਸ ਕ੍ਰੀਏਟ ਕਰਨਾ। ਔਰ ਡਿਸਪਲੇ ਟੂ ਪਰ ਪ੍ਰੀ ਫਾਰਮੈਟ ਸਪੇਸ, ਆਪਾਂ ਕੀ ਡਿਸਪਲੇ ਕਰਨਾ, ਪ੍ਰੀ ਫਾਰਮੈਟ ਸਪੇਸ ਡਿਸਪਲੇ ਕਰਨਾ। ਪ੍ਰੀ ਟੈਗ ਇਜ਼ ਯੂਜ਼, ਆਪਾਂ ਇਸ ਵਾਸਤੇ ਯੂਜ਼ ਕਰਾਂਗੇ, ਆਪਾਂ ਜਿਹੜਾ ਟੈਗ ਯੂਜ਼ ਕਰਨਾ, ਇਟ ਇਜ਼ ਯੂਜ਼ ਟੂ ਟਾਈਪ ਪੋਇਮ ਟੈਬੂਲਰ ਡੇਟਾ ਸੋ ਔਨ, ਤਾਂ ਆਪਾਂ ਇਹਨੂੰ ਯੂਜ਼ ਕਰਦੇ ਹਾਂ ਟਾਈਪ ਪੋਇਮ, ਜਿਵੇਂ ਪੋਇਮ ਲਿਖਦੇ ਹੁੰਦੇ ਆ, ਪੋਇਮ ਦੇ ਵਿੱਚ ਜੋ ਸਪੇਸ ਲਾਈਨਾਂ ਦੇ ਵਿੱਚ ਹੁੰਦਾ, ਠੀਕ ਹੈ, ਤਾਂ ਜਾਂ ਆਪਾਂ ਟੈਬੂਲਰ ਫਾਰਮ ਦੇ ਵਿੱਚ ਜਾਂ 50 ਜਾਂ ਸੋ ਔਨ, ਜਿਵੇਂ ਵੀ ਆਪਾਂ ਯੂਜ਼ ਕਰਦੇ ਹਾਂ। ਤਾਂ ਇਸ ਦੇ ਅਕੋਰਡਿੰਗ, ਵੈਸੇ ਤੁਹਾਡੇ ਸਿਲੇਬਸ ਦੇ ਪਾਰਟ ਨਹੀਂ ਹੈਗੇ, ਵੈਸੇ ਤੁਹਾਨੂੰ ਦੱਸਿਆ ਥੋੜ੍ਹਾ ਜਿਹਾ।
ਚੇਂਜਿੰਗ ਬੈਕਗਰਾਊਂਡ ਆਹ ਦਾ ਤੁਹਾਡਾ ਸਿਲੇਬਸ ਹੈ। ਬੈਕਗਰਾਊਂਡ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਟੂ ਚੇਂਜ ਦਾ ਬੈਕਗਰਾਊਂਡ ਕਲਰ। ਜਿਵੇਂ ਆਪਣੀ ਸਕਰੀਨ ਹੁੰਦੀ ਹੈ ਜਾਂ ਤਕਰੀਬਨ ਆਪਾਂ ਇੰਟਰਨੈਟ ਯੂਜ਼ ਕਰਦੇ ਹਾਂ, ਤੁਸੀਂ ਕੀ ਦੇਖਦੇ ਹੋ, ਤੁਹਾਡੀ ਜਿਹੜੀ ਬੈਕ ਸਕਰੀਨ ਹੁੰਦੀ ਹੈ ਉਹ ਹਮੇਸ਼ਾ ਵਾਈਟ ਹੀ ਹੁੰਦੀ ਹੈ, ਠੀਕ ਹੈ। ਬਟ ਤੁਸੀਂ ਉਹਦਾ ਬੈਕਗਰਾਊਂਡ ਕਲਰ ਕੋਈ ਵੀ ਦੇ ਸਕਦੇ ਹੋ, ਜਿਹੜੇ ਕਲਰ ਮਤਲਬ ਦੇਣਾ ਚਾਹੋ, ਠੀਕ ਹੈ। ਜਿਵੇਂ ਇਹਨਾਂ ਨੇ ਉਹਦੇ ਵਾਸਤੇ ਕੋਡਿੰਗ ਕੀ ਯੂਜ਼ ਕੀਤੀ ਜਾਊਗੀ, ਬੋਡੀ BG ਮਤਲਬ ਬੈਕਗਰਾਊਂਡ, ਠੀਕ ਹੈ। ਕਲਰ ਦਾ ਨੇਮ ਦੇ ਦੋਗੇ, ਕਲਰ ਜਿਵੇਂ ਮਤਲਬ ਕਿ ਪਿੱਛੇ 16 ਕਲਰ ਦਿੱਤੇ ਹੋਏ ਜੀ, ਪਰਪਲ ਦੇਤਾ ਤਾਂ ਥੋੜੀ ਜਿਹੜੀ ਬੈਕ ਸਕਰੀਨਿੰਗ ਕੀ ਆਊਗੀ ਉਹ ਪਰਪਲ ਕਲਰ ਦੀ ਹੋ ਜਾਊਗੀ। ਸੋ ਇਸ ਦੀ ਇਨਪੁਟ ਦੇਣ ਵਾਸਤੇ ਸੇਮ ਪ੍ਰੋਸੀਜਰ ਹੀ ਹੈ, ਤੁਸੀਂ ਇੰਨੀ ਦੇਣ ਦੀ ਜ਼ਰੂਰਤ ਨਹੀਂ, ਇਕੱਲਾ ਕਲਰ ਲਾ ਕੇ ਦੇਖੋਗੇ, ਠੀਕ ਹੈ। ਇਸੇ ਤਰੀਕੇ ਨਾਲ ਜੇ ਤੁਹਾਡੇ ਮਾਈਂਡ ਦੇ ਵਿੱਚ ਆਉਂਦਾ ਵੀ ਮੈਂ ਟੈਕਸਟ ਦਾ ਕਲਰ ਚੇਂਜ ਕਰਨਾ, ਉਹ ਤਾਂ ਬੈਕਗਰਾਊਂਡ ਕਲਰ ਹੈ, ਤਾਂ ਉਹਦੇ ਵਾਸਤੇ ਕੋਡਿੰਗ ਅਲੱਗ ਹੈ। ਤਾਂ ਉਸ ਵਾਸਤੇ ਕੀ ਅਪਲਾਈ ਕਰਾਂਗੇ, ਦ ਐਟਰੀਬਿਊਟ ਟੈਕਸਟ ਆਫ ਅ ਬੋਡੀ ਟੈਗ ਇਜ਼ ਯੂਜ਼ ਟੂ ਸੈੱਟ ਦਾ ਕਲਰ ਆਫ ਦਾ ਟੈਕਸਟ। ਤਾਂ ਆਪਾਂ ਯੂਜ਼ ਕਰਦੇ ਹਾਂ ਬੋਡੀ ਹੀ ਯੂਜ਼ ਕਰਾਂਗੇ। ਤਾਂ ਬੋਡੀ ਦੇ ਵਿੱਚ ਆਪਾਂ ਕੀ ਕ੍ਰੀਏਟ ਕਰਾਂਗੇ, ਬੋਡੀ ਦੇ ਨਾਲ ਆਪਾਂ ਯੂਜ਼ ਕਰਾਂਗੇ ਟੈਕਸਟ। ਬੋਡੀ ਦੇ ਨਾਲ ਪਿਛਲੇ ਆਪਾਂ ਨੇ ਲਾਸਟ ਟਾਈਮ ਕੀ ਯੂਜ਼ ਕੀਤਾ ਸੀ ਜਿਹੜਾ ਬੈਕਗਰਾਊਂਡ ਵਾਸਤੇ, ਬੋਡੀ ਜਾਂ ਕੀ ਯੂਜ਼ ਕੀਤਾ ਸੀ, ਬੋਡੀ BG ਕਲਰ। ਤਾਂ ਇਸ ਵਾਸਤੇ ਯੂਜ਼ ਕਰਾਂਗੇ ਬੋਡੀ ਟੈਕਸਟ ਕਲਰ ਨੇਮ, ਜੋ ਕਲਰ ਦਾ ਤੁਸੀਂ ਨੇ ਨੇਮ ਦੇਣਾ। ਟੈਕਸਟ ਮਤਲਬ ਜੋ ਤੁਸੀਂ ਇਨਪੁਟ ਦੇ ਰਹੇ ਹੋ ਉਹ ਕਿਹੜੇ ਕਲਰ ਦੀ ਆਉਣੀ ਚਾਹੀਦੀ ਹੈ, ਜੋ ਬੈਕਗਰਾਊਂਡ ਹੈ ਉਹ ਤੁਹਾਡੀ ਬੈਕ ਸਕਰੀਨ ਹੈ, ਠੀਕ ਹੈ। ਤਾਂ ਉਸ ਦੇ ਅਕੋਰਡਿੰਗ ਤੁਸੀਂ ਇਸ ਟੈਕਸਟ ਨੂੰ ਸੈੱਟ ਕਰੋਗੇ, ਤਾਂ ਇਸ ਦੇ ਅਕੋਰਡਿੰਗ ਤੁਹਾਡੀ ਸਕਰੀਨ ਮਤਲਬ ਵੀ ਜੋ ਵੀ ਤੁਹਾਡੀ ਆਊਟਪੁੱਟ ਆਊਗੀ ਸਕਰੀਨ ਦੇ ਉੱਤੇ ਰਿਪਰੈਜ਼ੈਂਟ ਕੀਤੀ ਜਾਊਗੀ। ਉਸ ਤੋਂ ਬਾਅਦ ਗੱਲ ਕਰ ਰਹੇ HTML ਕਲਰ ਯੂਜ਼ਿੰਗ ਹੈਕਸਾਡੈਸੀਮਲ ਨੰਬਰ ਯੂਜ਼ ਕਰਨੇ ਨੇ ਆਪਾਂ ਨੇ, ਯਾਨੀ ਕਿ ਕਿਹੜੇ ਯੂਜ਼ ਕੀਤੇ ਹੋਏ ਨੇਗੇ। ਜਿਵੇਂ ਆਪਾਂ ਹੁਣ ਕੋਡਿੰਗ ਯੂਜ਼ ਕਰਨੀ ਹੈ ਕਲਰ ਨੂੰ ਮੈਚ ਕਰਨ ਵਾਸਤੇ। ਜਿਵੇਂ ਅੱਜ ਕੱਲ੍ਹ ਤੁਸੀਂ ਦੇਖਿਆ ਵੀ ਅੱਜ ਕੱਲ੍ਹ ਦਾ ਟਾਈਮ ਕਿਵੇਂ ਦਾ ਆ ਚੁੱਕਿਆ ਹੈ ਕਿ ਜਿਹਦੇ ਵਿੱਚ ਕੋਡਿੰਗ ਹੁੰਦੀ ਹੈ, ਠੀਕ ਹੈ। ਆਪਾਂ ਪੇਂਟਰ ਕੋਲ ਜਾਂਦੇ ਹਾਂ, ਆਪਾਂ ਕਹਿੰਦੇ ਸਾਨੂੰ ਆਹ ਕਲਰ ਪਸੰਦ ਆ, ਉਹ ਚੋਇਸ ਪੁੱਛਦਾ, ਤਾਂ ਫਿਰ ਉਸ ਨੂੰ ਕੰਪਿਊਟਰਾਈਜ਼ ਕਲਰ ਬਣਾਏ ਜਾਂਦੇ ਨੇ ਕੰਪਿਊਟਰ ਦੇ ਅਕੋਰਡਿੰਗ, ਯਾਨੀ ਕੁਛ ਪਾਰਟ ਮਿਲਾ ਕੇ ਕਲਰਸ ਦੇ, ਤਾਂ ਉਹਨਾਂ ਕਲਰਸ ਤੋਂ ਕਲਰ ਜਨਰੇਟ ਕੀਤੇ ਜਾਂਦੇ ਨੇ। ਤਾਂ ਇਹ ਵੀ ਇਹੀ ਸੇਮ ਸਿਸਟਮ ਹੈ। ਇਹਦੇ ਵਿੱਚ ਆਪਾਂ 3 ਕਲਰਾਂ ਨੂੰ ਮੈਚ ਕਰਨਾ ਹੈ, ਉਹਨਾਂ ਦੀ ਸਿਰਫ ਰੇਂਜ ਘਟਾਣੀ ਵਧਾਣੀ ਹੈ, ਜਿਵੇਂ ਰੈੱਡ ਅਤੇ ਗ੍ਰੀਨ ਅਤੇ ਬਲੂ, ਯਾਨੀ ਕਿ ਇਹਨੂੰ RGB ਵੀ ਕਹਿੰਦੇ ਨੇ ਆਪਾਂ, ਸ਼ਾਰਟ ਫਾਰਮ ਦੇ ਵਿੱਚ ਆਪਾਂ RGB ਵੀ ਕਹਿ ਸਕਦੇ ਹਾਂ, ਠੀਕ ਹੈ। ਇਹਦਾ ਬੈਨੀਫਿਟ ਕੀ ਹੁੰਦਾ, ਇਹਦੇ ਦੁਆਰਾ ਆਪਾਂ ਤਿੰਨੇ ਕਲਰਾਂ ਨੂੰ ਮਿਲਾ ਕੇ ਕੋਈ ਨਵੇਂ ਕਲਰ ਜਨਰੇਟ ਕਰ ਲੈਂਦੇ ਹਾਂ, ਯਾਨੀ ਕਿ ਕਿਹਦੇ ਅੰਦਰ, HTML ਦੇ ਅੰਦਰ। ਸੋ ਇਹਦੇ ਵਾਸਤੇ ਤੁਸੀਂ ਕੋਡਿੰਗ ਚੈੱਕ ਕਰ ਸਕਦੇ ਹੋ, ਜਿਵੇਂ ਸਾਹਮਣੇ ਦਿੱਤੀ ਹੋਈ ਹੈ #00A0FF, ਯਾਨੀ ਹੈਕਸਾਡੈਸੀਮਲ ਤੱਕ ਤੁਸੀਂ ਨੰਬਰ ਯੂਜ਼ ਕਰ ਸਕਦੇ ਹੋ। ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਬੋਡੀ ਬੈਕਗਰਾਊਂਡ ਕਲਰ #0000 ਤੇ ਸਾਰੇ ਕਲਰ ਬਰਾਬਰ ਮਾਤਰਾ ਦੇ ਵਿੱਚ ਜਾਣਗੇ। ਜਿਹਦੇ ਵਿੱਚ ਇੱਥੇ ਜਿਵੇਂ FF ਆ ਗਿਆ, ਯਾਨੀ ਕਿ ਇੱਥੇ R ਰੈੱਡ, ਪਹਿਲੇ ਤੇ R ਹੈ, ਫਿਰ ਦੂਜੇ ਤੇ G ਹੈ, ਤੀਜੇ ਤੇ B ਹੈ, ਯਾਨੀ ਇੱਥੇ R ਦੀ ਕੀ ਹੋਗੀ, ਰੇਂਜ ਹੋਗੀ F, ਯਾਨੀ ਕਿ F ਕਿਹਦੇ ਬਰਾਬਰ ਆ ਗਿਆ ਤੁਸੀਂ ਚੈੱਕ ਕਰੋ, ਯਾਨੀ ਕਿ ਹੈਕਸਾਡੈਸੀਮਲ ਦੇ ਅਕੋਰਡਿੰਗ, ਯਾਨੀ ਕਿ 11 12 13 14 ਜਿੱਥੇ ਵੀ ਆਉਂਦਾ, ਠੀਕ ਹੈ। ਇਹਦੀ ਰੇਂਜ ਇੰਨੀ ਆ ਗਈ। ਬਾਕੀ ਸਾਰੇ ਕਿੰਨੇ ਪਏ ਨੇ, ਸੇਮ ਪ੍ਰੋਸੀਜਰ ਦੇ ਵਿੱਚ ਯੂਜ਼ ਹੋਣੇ, 00 ਹੋਣਗੇ। ਤਾਂ ਤੁਹਾਡੀ ਜਿਹੜੀ ਆਊਟਪੁੱਟ ਹੋਊਗੀ, ਯਾਨੀ ਕਿ ਸਭ ਤੋਂ ਉਹਦੇ ਵਿੱਚ ਕਿਹੜਾ ਕਲਰ ਜ਼ਿਆਦਾ ਜਾ ਰਿਹਾ, ਰੈੱਡ ਜਾ ਰਿਹਾ, ਇਸ ਦੇ ਅਕੋਰਡਿੰਗ ਤੁਹਾਡੀ ਆਊਟਪੁੱਟ ਸਕਰੀਨ ਦੇ ਉੱਤੇ ਰਿਪਰੈਜ਼ੈਂਟ ਕੀਤੀ ਜਾਊਗੀ। ਸੋ ਨੈਕਸਟ ਜੋ ਆਪਣਾ ਪਾਰਟ ਹੈ, ਲਿੰਕ ਕ੍ਰੀਏਟ ਕਰਨੇ ਨੇ ਜੀ ਆਪਾਂ ਨੇ। ਲਿੰਕ ਤੋਂ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ ਜਦੋਂ ਇੱਕ ਪੇਜ ਤੋਂ ਨੈਕਸਟ ਦੂਸਰੇ ਪੇਜ 'ਤੇ ਮੂਵ ਕਰਨਾ ਹੋਵੇ ਤਾਂ ਆਪਾਂ ਕੀ ਯੂਜ਼ ਕਰਦੇ ਹਾਂ, ਲਿੰਕ ਯੂਜ਼ ਕਰਦੇ ਹਾਂ। ਤਾਂ ਉਸ ਦੇ ਲਈ ਆਪਾਂ ਕੀ ਕੰਸੈਪਟ ਬਣਾਵਾਂਗੇ, ਕ੍ਰੀਏਟਿੰਗ ਲਿੰਕ ਸਿਸਟਮ। ਕੀ ਯੂਜ਼ ਕਰਾਂਗੇ, ਕ੍ਰੀਏਟਿੰਗ ਲਿੰਕ ਸਿਸਟਮ ਹੈ, ਯਾਨੀ ਕਿ ਯੂਜ਼ ਕੀਤਾ ਜਾਊ। ਦ ਮੋਸਟ ਪਾਵਰਫੁਲ ਫੀਚਰ ਆਫ ਦ ਵੈਬ ਇਜ਼ ਐਬਿਲਿਟੀ ਟੂ ਲਿੰਕ ਰਿਲੇਟਿਡ ਡਾਕੂਮੈਂਟ ਸੋ ਦੈਟ ਯੂ ਕੈਨ ਸਰਵ ਫਰੋਮ ਪੇਜ ਟੂ ਪੇਜ ਇਨ ਏ ਲੌਜੀਕਲ ਮੈਨਰ। ਜਿਹਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ, ਲਿੰਕ ਦੁਆਰਾ ਤੁਸੀਂ ਕੀ ਕਰ ਸਕਦੇ ਹੋ, ਯਾਨੀ ਕਿ ਇੱਕ ਐਸੀ ਪਾਵਰਫੁਲ ਫੀਚਰ ਹੈ ਜਿਹਦੇ ਦੁਆਰਾ ਤੁਸੀਂ ਇੱਕ ਪੇਜ ਤੋਂ ਦੂਜੇ ਪੇਜ ਤੋਂ ਤੀਜੇ ਪੇਜ, ਯਾਨੀ ਅੱਗੇ ਤੋਂ ਅੱਗੇ ਕੀ ਕਰ ਸਕਦੇ ਹੋ, ਮੂਵ ਕਰ ਸਕਦੇ ਹੋ। ਇਹ ਲਿੰਕ ਔਰ ਹਾਈਪਰਲਿੰਕ ਇਜ਼ ਏ ਵਰਡ ਗਰੁੱਪ ਆਫ ਵਰਡ, ਜਾਂ ਆਪਾਂ ਇਹਨੂੰ ਕਹਿ ਸਕਦੇ ਹਾਂ ਇੱਕ ਵਰਡ ਵੀ ਕਹਿ ਸਕਦੇ ਹਾਂ, ਜਾਂ ਗਰੁੱਪ ਆਫ ਵਰਡ ਵੀ ਕਹਿ ਸਕਦੇ ਹਾਂ, ਇੱਕ ਸ਼ਬਦਾਂ ਦਾ ਸਮੂਹ ਹੈ। ਔਰ ਇਮੇਜ, ਕਿਸੇ ਇਮੇਜ 'ਤੇ ਕਲਿੱਕ ਕਰਕੇ ਵੀ ਆਪਾਂ ਅੱਗੇ ਜਾ ਸਕਦੇ ਹਾਂ, ਇਹਨੂੰ ਡਾਊਨਲੋਡ ਕਰ ਸਕਦੇ ਹਾਂ, ਜਾਂ ਜੋ ਵੀ ਕਰਨਾ ਹੈ। ਯੂ ਕੈਨ ਜੰਪ ਟੂ ਦਾ ਅਨਦਰ ਡਾਕੂਮੈਂਟ, ਯਾਨੀ ਕਿ ਕੀ ਕਰ ਸਕਦੇ ਹਾਂ, ਅਸੀਂ ਦੂਜੇ ਡਾਕੂਮੈਂਟ 'ਤੇ ਜੰਪ ਕਰ ਸਕਦੇ ਹਾਂ। ਨਿਊ ਸੈਕਸ਼ਨ ਵਿਦ ਇਨ ਦਾ ਕਰੰਟ ਡਾਕੂਮੈਂਟ, ਲਿੰਕ ਆਰ ਸੈਟਅਪ ਯੂਜ਼ਿੰਗ ਐਂਕਰ ਟੈਗ। ਇਹਦੇ ਵਾਸਤੇ ਕੀ ਯੂਜ਼ ਕੀਤਾ ਜਾਂਦਾ, ਐਂਕਰ ਟੈਗ ਯੂਜ਼ ਕੀਤਾ ਜਾਂਦਾ, ਯਾਨੀ ਉਹ ਨਾਮ ਦਿੱਤਾ ਗਿਆ ਐਂਕਰ ਟੈਗ ਦਾ, ਯਾਨੀ ਆਪਾਂ ਕਹਿ ਸਕਦੇ ਹਾਂ ਕਹਿ ਸਕਦੇ ਹਾਂ, ਯੂਜ਼ ਕਰਾਂਗੇ, ਠੀਕ ਹੈ। ਇਹ ਕਾਹਦੇ ਵਾਸਤੇ ਯੂਜ਼ ਕੀਤਾ ਜਾਂਦਾ ਹੈ, ਯਾਨੀ ਕਿ ਹਾਈਪਰਲਿੰਕ ਸੈੱਟ ਕਰਨ ਲਈ, ਹੌਟਸਪੌਟ ਸੈੱਟ ਕਰਨ ਲਈ। ਸੋ ਇਟਸ ਹੈਵ 2 ਟਾਈਪ ਲਿੰਕ, ਵਨ ਇਜ਼ ਦਾ ਐਕਸਟਰਨਲ ਲਿੰਕ ਐਂਡ ਸੈਕੰਡ ਵਨ ਇਜ਼ ਇੰਟਰਨਲ ਲਿੰਕ। ਐਕਸਟਰਨਲ ਕੀ ਹੁੰਦਾ, ਜਦੋਂ ਆਪਾਂ ਜਿਹੜੀ ਚੀਜ਼ ਨੂੰ ਸਭ ਤੋਂ ਪਹਿਲਾਂ ਫਿਲ ਕਰਕੇ ਕਿਸੇ ਚੀਜ਼ ਨੂੰ ਓਪਨ ਕਰਦੇ ਹਾਂ, ਜਿਵੇਂ ਤੁਸੀਂ ਗੂਗਲ ਦੇ ਵਿੱਚ ਕਰਦੇ ਹੋ, ਗੂਗਲ ਦੇ ਵਿੱਚ ਕੋਈ ਵੀ ਨੇਮ ਦਿੰਦੇ ਹੋ, ਉਸ ਤੋਂ ਬਾਅਦ ਉਹ ਤੁਹਾਡੀ ਚੀਜ਼ ਤੁਹਾਡੀ ਸਕਰੀਨ ਦੇ ਉੱਤੇ ਰਿਪਰੈਜ਼ੈਂਟ ਹੋ ਜਾਂਦੀ ਹੈ, ਤਾਂ ਤੁਸੀਂ ਉਹਦੇ ਦੁਆਰਾ ਤੁਸੀਂ ਕੀ ਕਰ ਸਕਦੇ ਹੋ, ਉਸ ਚੀਜ਼ ਨੂੰ ਓਪਨ ਕਰ ਸਕਦੇ ਹੋ। ਇੰਟਰਨਲ ਲਿੰਕ ਕੀ ਹੁੰਦੇ ਨੇ, ਇੰਟਰਨਲ ਲਿੰਕ ਉਹ ਚੀਜ਼ ਹੈ ਜਦੋਂ ਮਤਲਬ ਕਿ ਪਹਿਲਾਂ ਆਲਰੇਡੀ ਇੱਕ ਪੇਜ ਚੱਲ ਰਿਹਾ, ਉਸ ਪੇਜ ਦੇ ਵਿੱਚ ਅੱਗੇ ਜਾਣ ਲਈ, ਜਿਵੇਂ ਪੰਜਾਬੀ ਯੂਨੀਵਰਸਿਟੀ ਦੇ ਅੱਗੇ ਵਿੱਚ ਆਪਾਂ ਵੈਬਸਾਈਟ ਖੋਲ੍ਹ ਲੈਂਦੇ ਹਾਂ, ਉਸ ਤੋਂ ਬਾਅਦ ਤੁਸੀਂ ਅਗਲੇ ਲਿੰਕ ਦੇ ਉੱਤੇ ਜਾ ਕੇ, ਜਿਵੇਂ ਮੰਨ ਲਓ ਰਿਜ਼ਲਟ ਦੇਖਣਾ ਤਾਂ ਰਿਜ਼ਲਟ 'ਤੇ ਕਲਿੱਕ ਕਰੋ, ਫਾਰਮ ਫਿਲ ਕਰਨਾ ਫਾਰਮ ਫਿਲ ਕਰ ਸਕਦੇ ਹੋ, ਕੋਈ ਸਿਲੇਬਸ ਦੀ ਜਾਣਕਾਰੀ ਲੈਣੀ ਸਿਲੇਬਸ ਦੀ ਜਾਣਕਾਰੀ ਲੈਣੀ, ਕੋਈ ਹੋਰ ਇਨਫੋਰਮੇਸ਼ਨ ਲੈਣੀ ਤਾਂ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ।
एक्सटर्नल लिंक कहना HREF एट्रीब्यूट ऑफ द एंकर टैग इज यूज टू लिंक टू डिफरेंट डॉकूमेंट यूज़ करता है जिन्हों आप नाम है जो HREF किनू स्टैंड करता है हाइपरलिंक रैफरेंस नू कंसीडर इनू देखो यूज़ करना मैथड देखो ए एंकर टैग है HERF यूज़ किया गया ठीक है हाइपरलिंक वास्ते इक्वल इनवाइटेड कॉमेंट के माई पेज ये जो नाम है कोई भी दे सकते कोई जरूरी नहीं है माई पेज देना तो वो जो एक्सटेंशन की होगी .html यानी कि जो पेज तुसीं ने क्रिएट किया वो थोड़ा पहले इतने नाम देना पऊगा यानी कि स्टार्टिंग कोडिंग एंड विजिट टू माई होम पेज कितने विजिट करिए होम पेज विजिट करिए इस तरीके ना क्लोज हो जाओ हेयर विजिट माई होम पेज बिकम द हाइपरलिंक जो नवा लिंक क्रिएट होगा कि होगा विजिट माई होम पेज बिकम ए हाइपरलिंक एंड लिंक टू द अनदर डॉकूमेंट दूजे पेज का कि डॉकूमेंट लिंक बन जूगा माई पेज का यानी माई पेज का वो लिंक बन जूगा विच इज़ प्रेजेंट इन द करंट वर्किंग डायरैक्टरी जो कितने प्रेजेंट है करंट डायरैक्टरी के प्रेजेंट है इफ़ अ फाइल इज़ नॉट प्रेजेंट इन द करंट डायरैक्टरी जो नहीं प्रेजेंट हैगी ये रिलेटिव और एब्सोल्यूट पाथ कैन बी स्पैसीफाइड तो यूज़ की करता जाऊगा ये रिलेटिव मतलब वो नाल दा या एब्सोल्यूट या प्रॉपर सही पाथ यूज़ किया जाऊगा यानी स्पैसीफाई करूँगा जे तो वो मिलता जुलता पेज है तो वो दिखा दो जिवें गूगल के आपको मिलते होंगे ने जे अपन प्रॉपर अपने रिजल्ट अपन दिखता भी सामने है तो आप भी ओपन कर सकते हैं ए HERF URL टैक्सट ए इन दिखाया हुआ है टाइटल एट्रीब्यूट तुम चैक कर सकते हो इस तो ज़्यादा समझ आ जाऊगा ज़्यादा बैटर पता लग जाऊगा जिवें पहला मान लो भी तुम कोई भी पेज बना के छड्या हुआ है जिवें पिछे तुम बना के आए हो जिन्हें भी पेज बना के आए हो उस पेज में यूज़ कर लो वो उत्ते लिंक ला दो तो इस तरीके नाल इहदा टाइटल की है एक्सटर्नल लिंकिंग डैमो तो HREF यानी कि लाने तो बाद जो माई पेज HTML है जो तुसीं ने पहला पेज सेव किया जोड़े नेम तो वो इत्थे नाम धर दोगे फिर इन्हूं क्लोज कर दोगे विजिट माई होम पेज इत्थे भी कोई नाम यूज़ कर सकते हो कोई मर्जी यूज़ कर दो भावें सर्च लिख दो नैक्सट लिख दो ओके लिख दो कुछ भी लिख दो इस तरीके नाल क्लोज तो यह एंड हो जाऊगा तो सेव द लिंक HTML तुसीं सेव कर दोगे कंटेंट नूं ते आफ्टर दैट तुहाडी जिहड़ी आउटपुट है वो चैक करोगे स्क्रीन के उत्ते तो तुहानूं आ जिहड़ा विजिट होम माई होम पेज लिखे आ रहा है यानी ये क्लिक करने तो बाद तुसीं अगले बैक पेज पर चले जाओगे जिथे माई पेज के जो डेटा स्टोर करके आए हो यानी कि कहने का मीनिंग की है तुसीं कोई भी इन्फॉर्मेशन अगे तो अगे जाने वास्ते आप यूज़ करते हैं लिंक यूज़ करते हैं ठीक है जी सो एज सेम एज यदा इंटरनल लिंक है इंटरनल लिंक की है सम ए जंप समटाइम अ जंप इज़ रिक्वायर्ड टू डिफरेंट लोकेशन कई बार अपन जंप की जरूरत पैंदी है कादे वास्ते डिफरेंट लोकेशन पर विजिट करने वास्ते और सैक्शन इन द सेम डॉकूमेंट या उस डॉकूमेंट के सेम सैक्शन के उत्ते क्लिक करने लई इन दिस केस वी यूज़ नेम और ID एट्रीब्यूट आप यूज़ करते हैं नेम तो ID एट्रीब्यूट यूज़ करते हैं ऑफ द एंकर टैग कादे एज ए एंकर टैग के रूप के ऑफ द नेम सैक्शन ऑफ द लोकेशन आफ्टर दैट यू कैन सी द वैल्यू नेम ID जिथे तुसीं की देखते हो नेम तो ID कि एट्रीब्यूट की सैटिंग हाइपरलिंक यूजिंग HEF जिन्हें आप यूज़ किया HREF यानी कि हुण उत्थे नेम यूज़ होगा जिवें गिव द नेम लोकेशन जिन्हें आप लोकेशन नवा यू कैन यूज़ द नेम और ID आप यूज़ की करांगे नेम और ID यूज़ करांगे जिवें इन्हें दिता है ए नेम की है C3 चैप्टर किहड़ा है 3rd ठीक है ये ID बन गई फॉर एग्जाम्पल तुहानूं दित्ती हुई है तो जिहदे द्वारा तुहानूं पता लगदा इंटरनल लिंक का यानी कि आप कह सकते हैं एक बुक के जिवें आप कह सकते हैं इंडैक्स होंदा है इंडैक्स द्वारा सानूं की पता लगदा भी किहड़े नंबर पेज पर किहड़ी चीज़ है तो ऐसे मैज आप इन्हूं यूज़ करके भी फाइंड आउट कर सकते हैं किसी कंटेंट में जिवें तुहानूं आ दिखाए भी हुए ने ठीक है ये यूज़ किया होया थोड़ी जिवें चैप्टर सारे चैप्टर अप्लाई करते चैप्टर 4 5 6 7 8 9 10 ठीक है चैप्टर 1 2 एंड C3 का एड्रैस पाता एड्रैस क्यों क्योंकि ये वास्ते आपने 3rd चैप्टर इत्थे नहीं हैगा 3rd चैप्टर का सिर्फ इत्थे लिंक सैट करता जो 3rd चैप्टर पर पहुँचना है तो अपने कितने क्लिक करना पऊगा जो लिंक शो होगा तो स्क्रीन के उत्ते जो दी आउटपुट आऊगी तो तुहानूं किहड़ा चैप्टर शो होगा 3rd चैप्टर शो होगा तो जो चैप्टर 3rd पर जाके तुसीं क्लिक करते हो तो तुसीं कित्थे विजिट करते हो वो अंदर चले जाओगे यानी कि आप जिवें मैथ के होंगे ने 10 चैप्टर चाहे इसे बुक की ला लो भी तुसीं इहदी सारी दी HTML पेज बना रहे हो भी इनू सारा कुछ कंटेंट इहदा दे रहे हो तो ये पेज चैप्टरां के अकॉर्डिंग तुसीं लिंक सैट कर दो यानी कि पेज नंबर पहला तो थोड़ा मेन फ्रंट पेज आए वो चैप्टरां के नेम आ जाण तुसीं जिहड़े ते विजिट करना चाहते हो वो लिंक सैट कीते होण तो जे तुसीं फस्ट पर क्लिक करते हो तो फस्ट पर पहुँच जाओ सैकेंड पर क्लिक करते हो तो सैकेंड पर पहुँच जाओ सो ओके जी इस तो बाद जो नैक्सट होगा अपना वो आप नैक्सट के पढ़ांगे क्योंकि इस तो बाद जो अपना आना है वो कंटेंट इस तो बाद लैफ्ट मार्जिन वगैरह बस आ पेज लेआउट वगैरह एटसैक्ट्रा है ठीक है जी जे किसी ने कोई प्रॉब्लम है तो कोई ना जरूर मेरे डिस्कशन कर सकते हैं ओके थैंक यू टेक केयर।